बिरहा बिरहा आखिए बिरहा बिरहा आखिए बिरहा तू सुल्तान बिरहा बिरहा आखिए बिरहा तू सुल्तान बिरहा तू सुल्तान बिरहा बिरहा आखिए बिरहा बिरहा आखिए बिरहा तू सुल्तान बिरहा तू सुल्तान बिरहा तू सुल्तान बिरहा तू सुल्तान फरीदा जित तन बिरहो ना उपजै फरीदा जित तन बिरहो ना उपजै फरीदा जित तन बिरहो ना उपजै सो तन जान मसान सो तन जान मसान जित तन बिरहो ना उपजै फरीदा जित तन बिरहो ना उपजै सो तन जान मसान 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 बिरहा बिरहा आखिए बिरहा बिरहा आखिए
ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਸੁਲਤਾਨ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਂ, ਸੋ ਤਨ ਜਾਣ ਮਸਾਂ, ਸੋ ਤਨ ਜਾਣ ਮਸਾਣ, ਸੋ ਤਨ ਜਾਣ ਮਸਾਣ, ਸੋ ਤਨ ਜਾਣ ਮਸਾਣ, ਸੋ ਤਨ ਜਾਣ ਮਸਾਣ, ਸੋ ਤਨ ਜਾਣ ਮਸਾਣ। ਬਿਰਹਾ ਬਿਰਹਾ ਆਖੀਐ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਸੁਲਤਾਨ, ਬਿਰਹਾ ਤੂੰ ਸੁਲਤਾਨ। ਪਿਆਰੀ ਸਾਧ ਸੰਗਤ ਜੀ, ਜੋ ਅਸੀਂ ਸ਼ਲੋਕ ਗਾਇਨ ਕੀਤਾ ਇਹ ਫਰੀਦ ਜੀ ਦਾ ਸ਼ਲੋਕ ਹੈ। ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਵੀ ਦਰਜ ਹਨ। ਜਿਵੇਂ ਫਰੀਦ ਜੀ ਦੇ ਸ਼ਬਦ ਦਰਜ ਹਨ, ਇਸ ਤਰ੍ਹਾਂ ਕਬੀਰ ਜੀ ਦੇ ਵੀ ਸ਼ਬਦ ਦਰਜ ਹਨ। ਪਰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਆਖੀਰ ਵਿੱਚ ਜਿਵੇਂ ਇੱਕ ਟੌਪਿਕ ਹੈ ਸ਼ਲੋਕ ਵਾਰਾਂ ਤੇ ਵਧੇਕ, ਉਹ ਵਾਰਾਂ ਤੋਂ ਇਲਾਵਾ ਜਿਹੜੇ ਹੋਰ ਸ਼ਲੋਕ ਸੀ ਉਹਨਾਂ ਦੀ ਇੱਕ ਲੜੀ ਦਾ ਇੱਕ ਟੌਪਿਕ ਅਲੱਗ ਹੈ। ਬਾਣੀ ਦੀ ਬਣਤਰ, ਆਈ ਐਮ ਸ਼ੇਅਰਿੰਗ ਹਾਊ ਬਾਣੀ ਇਜ਼ ਕੰਪਾਈਲਡ, ਬਾਣੀ ਨੂੰ ਤਿਆਰ ਕਿਵੇਂ ਕੀਤਾ ਹੋਇਆ ਹੈ। ਸੋ ਬਾਣੀ ਦੀ ਬਣਤਰ ਵਿੱਚ ਸ਼ਲੋਕ ਵਾਰਾਂ ਤੇ ਵਧੇਕ ਵਿੱਚ ਸ਼ਲੋਕ ਹਨ। ਇਸ ਤੋਂ ਇਲਾਵਾ ਆਖੀਰ ਵਿੱਚ ਸ਼ਲੋਕ ਕਬੀਰ ਜੀ ਕੇ ਔਰ ਸ਼ਲੋਕ ਸ਼ੇਖ ਫਰੀਦ ਜੀ ਕੇ, ਇਸ ਤਰ੍ਹਾਂ ਉਹਨਾਂ ਦੀ ਵੀ ਲੜੀ ਹੈ। ਸੋ ਕਬੀਰ ਜੀ ਦੇ ਕਰੀਬਨ 242-43 ਸ਼ਬਦ ਸ਼ਲੋਕ ਹਨ, ਜਿਨ੍ਹਾਂ 'ਚ ਕੁਝ ਸ਼ਲੋਕ ਗੁਰੂ ਸਾਹਿਬ ਦੇ ਹਨ। ਇਸ ਤਰ੍ਹਾਂ ਹੀ ਫਰੀਦ ਜੀ ਦੇ ਕਰੀਬਨ 130 ਸ਼ਲੋਕ ਹਨ, ਜਿਨ੍ਹਾਂ ਵਿੱਚ ਕੁਝ ਸ਼ਲੋਕ ਗੁਰੂ ਸਾਹਿਬ ਦੇ ਹਨ। ਗੁਰੂ ਸਾਹਿਬ ਦੇ ਸ਼ਲੋਕ ਜਿੱਥੇ ਲਗਾਏ ਗਏ ਹਨ, ਉੱਥੇ ਉਸ ਨੂੰ ਥੋੜ੍ਹਾ ਜਿਹਾ ਹੋਰ ਉਭਾਰ ਕੇ ਖੋਲ੍ਹਿਆ ਗਿਆ ਹੈ। ਜੇਕਰ ਫਰੀਦ ਜੀ ਕਹਿ ਰਹੇ ਨੇ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ, ਉਹਦਾ ਅਰਥ ਨਿਕਲਦਾ ਵੀ ਜੇ ਕਿਸੇ ਦੇ ਤਨ ਨੂੰ ਚੀਰੋ ਉਹਦੇ 'ਚੋਂ ਖੂਨ ਨਹੀਂ ਨਿਕਲਦਾ। ਸੋ ਉੱਥੇ ਫਰੀਦ ਜੀ ਨੇ ਆਪਣੀ ਰਮਜ਼ ਵਿੱਚ ਜਿਸ ਖੂਨ ਦੀ ਗੱਲ ਕੀਤੀ ਹੈ, ਉਸ ਨੂੰ ਗੁਰੂ ਸਾਹਿਬ ਨੇ ਆਪਣੇ ਸ਼ਲੋਕ ਵਿੱਚ ਕਿਹਾ, ਤਿਤ ਤਨ ਲੋਭ ਰਤ ਨਾ ਹੋਏ। ਉਹਦੇ ਅੰਦਰ ਖੂਨ ਤੇ ਹੁੰਦਾ ਹੈ, ਪਰ ਉਹ ਲੋਭੀ ਨਹੀਂ ਹੁੰਦਾ, ਉਹ ਗਰੀਡੀ ਵਾਲਾ ਖੂਨ ਨਹੀਂ ਹੁੰਦਾ। ਜਿਨ੍ਹਾਂ ਦੇ ਅੰਦਰ ਗਰੀਡੀ ਖੂਨ ਹੁੰਦਾ ਹੈ, ਉਹ ਲੋਕੀ ਵੈਜੀਟੇਰੀਅਨ ਹੋਣ
ਤੇ ਭਾਵੇਂ ਨੌਨ ਵੈਜੀਟੇਰੀਅਨ ਹੋਣ। ਉਹਨਾਂ ਦਾ ਕੰਮ ਹੁੰਦਾ ਦੂਜਿਆਂ ਦਾ ਖੂਨ ਚੂਸਣਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾਂ ਤਿਨ ਕਿਉ ਨਿਰਮਲ ਚੀਤ। ਸੋ ਲੋਕੀ ਹੁਣੇ ਇਸੀ ਵਿਚਾਰ 'ਤੇ ਨੇ ਕਿ ਤੁਸੀਂ ਵੈਜੀਟੇਰੀਅਨ ਹੋ ਜਾਂ ਨੌਨ ਵੈਜੀਟੇਰੀਅਨ ਹੋ, ਲੇਕਿਨ ਜਦੋਂ ਅਸੀਂ ਲੋਕਾਂ ਦਾ ਖੂਨ ਚੂਸਦੇ ਹਾਂ ਉਹਦੀ ਨਿਸ਼ਾਨੀ ਹੁੰਦੀ ਹੈ ਕਦੇ ਕਿਸੇ ਨੂੰ ਨਿੰਦਾ ਕਰਕੇ ਡਿਫੇਮ ਕਰ ਦਿੱਤਾ, ਅਗਲਾ ਪੀਲਾ ਪੈ ਗਿਆ, ਸਾਰੇ ਸਮਾਜ ਵਿੱਚ ਉਹਦੀ ਬੇਇੱਜ਼ਤੀ ਹੋ ਗਈ। ਕਦੇ ਕਿਸੇ ਨੂੰ ਆਪਣੇ ਘੂਰ ਕੇ ਅੱਖਾਂ ਨਾਲ ਗੁੱਸੇ ਨਾਲ ਵੇਖਿਆ, ਉਹਦਾ ਖੂਨ ਸੁੱਕ ਗਿਆ। ਉਹਦਾ ਖੂਨ ਸੁੱਕ ਨਹੀਂ ਗਿਆ, ਉਹਦਾ ਖੂਨ ਪੀਲਾ ਨਹੀਂ ਹੋ ਗਿਆ। ਕਿੰਨੇ? ਕ੍ਰੋਧ ਕਰਨ ਵਾਲੇ ਨੇ, ਨਿੰਦਾ ਕਰਨ ਵਾਲੇ ਨੇ ਉਹ ਖੂਨ ਚੂਸ ਲਿਆ। ਪਰਾਇਆ ਹੱਕ ਖਾਣਾ। ਪਰਾਇਆ ਹੱਕ, ਮੇਰੇ ਕੋਲ ਕੋਈ ਮਜ਼ਦੂਰੀ ਕਰੇ 10 ਰੁਪਏ ਘੰਟਾ ਔਰ ਮੈਂ ਉਹਨੂੰ 10 ਰੁਪਏ ਘੰਟਾ ਨਾ ਦਿਆਂ, ਉਹਨੂੰ ਪਰਾਇਆ ਹੱਕ ਖਾਣਾ ਕਹਿੰਦੇ ਨੇ। ਇਸ ਤਰ੍ਹਾਂ ਹੀ ਕਈ ਜਗ੍ਹਾ ਸਾਡੇ ਗੁਰਦੁਆਰਿਆਂ ਵਿੱਚ ਵਿਚਾਰੇ ਸੇਵਾਦਾਰ ਭਾਈ ਸਾਹਿਬ ਜੀ, ਰਾਗੀ ਸਿੰਘ ਜੀ, ਕੀਰਤਨੀਏ ਸਿੰਘ ਜੀ, ਉਹ ਗ੍ਰੰਥੀ ਸਿੰਘ ਜੀ, ਉਹ ਸੇਵਾ ਕਰਦੇ ਨੇ। ਜਦੋਂ ਅਸੀਂ ਪ੍ਰਬੰਧਕ ਸੱਜਣ ਉਹਨਾਂ ਨੂੰ ਗੋਲਕ 'ਚੋਂ ਪ੍ਰੋਪਰ ਢੰਗ ਨਾਲ ਕੁਝ ਦਿੰਦੇ ਨਹੀਂ ਹਾਂ, ਅਸੀਂ ਉਹਨਾਂ ਦਾ ਖੂਨ ਚੂਸਦੇ ਹਾਂ। ਨਾਂ ਰੱਖਿਆ ਹੋਇਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਪਰ ਅਸੀਂ ਗੋਲਕ ਦੇ ਨਾਲ ਕੋਈ ਵਿਧਵਾਵਾਂ ਦਾ ਭਲਾ ਨਹੀਂ ਕਰਦੇ, ਗੋਲਕ ਦੇ ਨਾਲ ਕੋਈ ਹੌਸਪੀਟਲ ਨਹੀਂ ਖੋਲ੍ਹਦੇ, ਗੋਲਕ ਦੇ ਨਾਲ ਜਿਹੜੇ ਗੁਰਦੁਆਰੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਢੰਗ ਦੀ ਤਨਖਾਹ ਨਹੀਂ ਦਿੰਦੇ, ਉਹਨਾਂ ਦਾ ਐਜੂਕੇਸ਼ਨ ਸਿਸਟਮ ਫ੍ਰੀ ਨਹੀਂ ਕਰਦੇ, ਉਹਨਾਂ ਦੀ ਇੰਸ਼ੋਰੈਂਸ ਨਹੀਂ ਕਰਾਉਂਦੇ, ਤਾਂ ਮਾਨੋ ਅਸੀਂ ਵੀ ਖੂਨ ਹੀ ਚੂਸ ਰਹੇ ਹਾਂ। ਪਰ ਗੁਰਦੁਆਰੇ ਹੋ ਕੇ ਅਸੀਂ ਗੁਰੂ ਦੀ ਗੱਲ ਸੁਣ ਰਹੇ ਹਾਂ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਜੇ ਅਸੀਂ ਉਹਨਾਂ ਨੂੰ ਰਜਵੀਂ ਤਨਖਾਹ, ਪਹਿਲੀ ਗੱਲ ਤਾਂ ਕੋਈ ਤਨਖਾਹ ਵਾਲਾ ਹੁੰਦਾ ਹੀ ਨਹੀਂ ਹੈ, ਗੁਰਦੁਆਰੇ ਸਾਰੇ ਆਪੇ ਸੇਵਾ ਕਰਦੇ ਨੇ। ਪਰ ਜੇ ਸਿਸਟਮ ਚੱਲ ਹੀ ਪਿਆ ਤਾਂ ਅਸੀਂ ਇਸ ਚੱਲਦੇ ਸਿਸਟਮ ਵਿੱਚ ਅਸੀਂ ਇਹ ਤਾਂ ਸ਼ਿਕਾਇਤ ਕਰਦੇ ਹਾਂ, ਉਹ ਪਾਠ ਕਰਦੇ ਰਹਿੰਦੇ ਨੇ, ਉਹ ਪਾਠ ਕਰਕੇ ਪੰਨੇ ਪਰਤਾ ਦਿੰਦੇ ਨੇ, ਉਹ ਪਾਠ ਕਰਕੇ ਪੈਸੇ ਲੈਂਦੇ ਨੇ, ਉਹ ਪਾਠ ਕਰਕੇ ਇਹ ਕਰਦੇ ਨੇ, ਉਹ ਕਰਦੇ ਨੇ, ਉਹ ਸਵਾ ਰੁਪਏ ਦੀਆਂ ਅਰਦਾਸਾਂ ਕਰਦੇ ਨੇ। ਅਸੀਂ ਉਹਨਾਂ ਦੇ ਉੱਤੇ ਕੋਈ ਨਾ ਕੋਈ ਦੂਸ਼ਣ ਲਗਾ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਉਹਨਾਂ ਦੇ ਅਵਗੁਣ 'ਤੇ ਕੱਢਦੇ ਰਹਿੰਦੇ ਹਾਂ। ਅਸੀਂ ਇਹ ਨਹੀਂ ਸੋਚਦੇ ਜੇ ਅਸੀਂ ਇਹਨਾਂ ਨੂੰ ਰਜਵੀਂ ਤਨਖਾਹ ਦੇਈਏ, ਇਹਨਾਂ ਦਾ ਸੋਹਣਾ ਕਮਰਾ ਬਣਾ ਦਈਏ, ਇਹਨਾਂ ਦੇ ਬੱਚੇ ਦੀ ਫ੍ਰੀ ਤਨਖਾਹ ਕਰ ਦਈਏ, ਇਹਨਾਂ ਦੀ ਹੈਲਥ ਇੰਸ਼ੋਰੈਂਸ ਕਰ ਦਈਏ, ਤਾਂ ਅਸੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਸਦਉਪਯੋਗ ਕਰਦੇ ਹਾਂ, ਵਰਨਾ ਉਹ ਦੁਰਉਪਯੋਗ ਹੋ ਜਾਂਦਾ ਹੈ। ਮੇਰਾ ਟੌਪਿਕ ਹੈ ਪਰਾਇਆ ਹੱਕ ਖਾਣਾ ਹੈ ਕਿ ਨਹੀਂ ਖਾਣਾ। ਜੇ ਪਰਾਇਆ ਹੱਕ ਨਹੀਂ ਖਾਂਦੇ ਹਾਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਉਹਦੇ ਅੰਦਰ ਲੋਭ ਰੱਤ ਨਹੀਂ ਹੁੰਦੀ। ਫਰੀਦ ਜੀ ਦੇ ਸ਼ਲੋਕ ਦੀ ਬਣਤਰ ਤੋਂ ਗੱਲ ਸ਼ੁਰੂ ਹੋਈ ਹੈ ਕਿ ਜਿੱਥੇ ਫਰੀਦ ਜੀ ਦੇ 130 ਸ਼ਲੋਕ ਹਨ, ਉਹਨਾਂ 'ਚੋਂ ਕੁਝ ਸ਼ਲੋਕ ਗੁਰੂ ਸਾਹਿਬ ਦੇ ਵੀ ਹਨ। ਸੋ ਅੱਜ ਉਹਨਾਂ ਸ਼ਲੋਕਾਂ 'ਚੋਂ ਅਸੀਂ ਲੜੀਵਾਰ 36 ਨੰਬਰ ਸ਼ਲੋਕ ਆਪ ਜੀ ਨਾਲ ਗਾਇਨ ਕੀਤਾ। ਸਾਧ ਸੰਗਤ ਜੀ, ਸਾਡੇ ਨਾਲ ਇੱਕ ਮੁਸ਼ਕਲ ਹੈ। ਮੁਸ਼ਕਲ ਕੀ ਹੈ ਕਿ ਜਦੋਂ ਪ੍ਰੋਗਰਾਮ ਰਜੌਰੀ ਗਾਰਡਨ ਹੁੰਦਾ ਹੈ, ਉੱਥੇ ਟੈਗੋਰ ਗਾਰਡਨ, ਤਿਲਕ ਨਗਰ, ਵਿਕਾਸਪੁਰੀ, ਮੋਤੀ ਨਗਰ ਦੀਆਂ ਸੰਗਤਾਂ ਨਹੀਂ ਆਉਂਦੀਆਂ। ਪਰ ਜਦੋਂ ਮੋਤੀ ਨਗਰ ਹੁੰਦਾ ਤੇ ਰਜੌਰੀ ਗਾਰਡਨ, ਤਿਲਕ ਨਗਰ ਦੀ ਸੰਗਤ ਨਹੀਂ ਆਉਂਦੀ ਹੈ। ਪਰ ਅਸੀਂ ਤਾਂ ਲੜੀਵਾਰ ਬਾਣੀ ਪੜ੍ਹ ਰਹੇ ਹਾਂ, ਅਸੀਂ ਲੜੀਵਾਰ ਵਿਚਾਰ ਕਰ ਰਹੇ ਹਾਂ। ਲੜੀਵਾਰ ਵਿਚਾਰ ਕਰਦਿਆਂ ਪਿਛਲੇ 5-6 ਸਾਲਾਂ ਤੋਂ ਸਾਨੂੰ 36 ਨੰਬਰ ਸ਼ਲੋਕ 'ਤੇ ਪਹੁੰਚਿਆ। ਸਾਰੇ ਸ਼ਲੋਕ ਇੱਕ ਯੂਨੀਕ ਲੜੀ ਵਿੱਚ ਪਰੋਤੇ ਹੋਏ ਹਨ। ਜੇ ਪਿਛਲਾ ਸ਼ਲੋਕ ਸਮਝਾਂਗੇ ਨਾ ਤਾਂ ਅਗਲਾ ਸ਼ਲੋਕ ਸੌਖਿਆਂ ਸਮਝ ਆਏਗਾ, ਥੋੜ੍ਹੀ ਗਹਿਰਾਈ ਹੋਰ ਸਮਝ ਆਏਗੀ, ਆਪਣੇ ਜੀਵਨ 'ਤੇ ਕਿਵੇਂ ਟੁਕਾਣਾ ਹੈ ਉਹਦੀ ਸਾਨੂੰ ਝਲਕ ਪਏਗੀ। ਵੀ ਵਿਲ ਬੀ ਇੰਸਪਾਇਰਡ ਟੂ ਬੀ ਸਪਿਰਿਚੁਅਲ। ਆਪੇ ਹੀ ਬਦੋ-ਬਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ, ਯਾਰ ਮੈਨੂੰ ਇੰਝ ਨਹੀਂ ਕਰਨਾ ਚਾਹੀਦਾ। ਸੋ ਅਸੀਂ ਇੱਕ ਦੂਜੇ ਨੂੰ ਮਾफ़ ਨਹੀਂ ਕਰਦੇ ਹਾਂ, ਇੱਕ ਦੂਜੇ ਦੀ ਨਿੰਦਾ ਕਰਦੇ ਹਾਂ, ਇੱਕ ਦੂਜੇ ਦੇ ਬਾਰੇ ਬੁਰਾ ਭਲਾ ਕਹਿੰਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਦਿਨ ਰਾਤ ਆਪਣੇ ਵਾਸਤੇ ਚਾਰੋਂ ਪਾਸੇ ਕੰਡੇ ਖਿਲਾਰਦੇ ਜਾਂਦੇ ਹਾਂ, ਔਰ ਇਹ ਜਿਹੜੇ ਕੰਡੇ ਖਿਲਾਰਦੇ ਹਾਂ ਇਹ ਹੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਜੋ ਮਨੁੱਖ ਕਿਸੇ ਦੇ ਬਾਰੇ ਗੱਲ ਕਰ ਸਕਦਾ ਹੈ, ਕਿਸੇ ਬਾਰੇ ਬੈਕ ਬਾਈਟਿੰਗ ਕਰ ਸਕਦਾ ਹੈ, ਕਿਸੇ ਦੀ ਨਿੰਦਾ ਕਰਕੇ ਡਿਫੇਮ ਕਰ ਸਕਦਾ ਹੈ, ਜੋ ਮਨੁੱਖ ਬੈਕ ਬਾਈਟਿੰਗ ਗੌਸਿਪਿੰਗ ਕਰਦਾ ਰਹਿੰਦਾ, ਜੋ ਮਨੁੱਖ ਵਿਹਲੀਆਂ ਗੱਲਾਂ ਕਰਦਾ ਰਹਿੰਦਾ ਹੈ, ਜੋ ਮਨੁੱਖ ਐਸੀਆਂ ਸਾਰੀਆਂ ਗੱਲਾਂ ਵਿੱਚ ਪਿਆ ਰਹਿੰਦਾ ਹੈ,
ਉਹਦੇ ਵਿੱਚ ਅਸੀਂ ਵੀ ਹਾਂ। ਅੱਜ ਕੱਲ੍ਹ ਸਾਨੂੰ ਨਿਤਨੇਮ ਕਰਨ ਦਾ ਸਮਾਂ ਨਹੀਂ ਹੈ, ਪਰ ਸਾਡੇ ਕੋਲ ਬਹੁਤ ਸਾਰਾ ਸਮਾਂ ਹੈ। ਅਸੀਂ ਫ਼ੋਨ ਖੋਲ੍ਹਦੇ ਹਾਂ, ਫ਼ੋਨ ਦੇ ਅੰਦਰ ਵਟਸਐਪ ਕੱਢਦੇ ਹਾਂ, ਵਟਸਐਪ ਕੱਢ ਕੇ ਸਾਨੂੰ ਕਿਸੇ ਮਨੁੱਖ ਦੇ ਬਾਰੇ ਕੋਈ ਗਲਤ ਗੱਲ ਪਤਾ ਲੱਗੀ ਹੈ, ਸਾਡੀ ਜਿਸ ਤਰ੍ਹਾਂ ਰੱਬ ਜੀ ਨੇ ਡਿਊਟੀ ਲਾਈ ਹੋਈ ਹੈ, ਅਸੀਂ ਲੱਖਾਂ ਬੰਦਿਆਂ ਨੂੰ ਫਟਾਫਟ ਫਾਰਵਰਡ ਕਰਦੇ ਹਾਂ। ਇਹ ਨਿੰਦਕ ਵਾਇਰਸ ਹੈ। ਸਾਨੂੰ ਭੈੜੀ ਗੱਲ ਨਹੀਂ ਫੈਲਾਉਣੀ ਚਾਹੀਦੀ, ਪਰ ਸਾਨੂੰ ਪਤਾ ਨਹੀਂ ਹੈ। ਅਸੀਂ ਦਿਨ ਰਾਤ, ਜਦੋਂ ਅਸੀਂ ਦਿਨ ਰਾਤ ਇੰਜ ਕਰਦੇ ਹਾਂ, ਤਾਂ ਮੈਂ ਅੱਜ ਕਿਸੇ ਨਾਲ ਸਾਂਝ ਕਰ ਰਿਹਾ ਸੀ, ਬਾਈ ਚਾਂਸ ਉਹ ਪੁਆਇੰਟ ਵਿੱਚ ਬਣ ਜਾਂਦਾ ਹੈ। ਜਦੋਂ ਕਦੇ ਕੋਈ ਇਨਸਾਨ ਕਿਸੇ ਦੀ ਨਿੰਦਾ ਕਰਦਾ ਹੈ ਤਾਂ ਨਿੰਦਾ ਸੁਣਨ ਵਾਲਾ ਉਹਦੀ ਗੱਲ ਸੁਣ ਕੇ ਫਲਾਣੇ ਬੰਦੇ ਬਾਰੇ ਮਾੜੀ ਰਾਏ ਬਣਾ ਲੈਂਦਾ ਹੈ। ਲੇਕਿਨ ਜਦੋਂ ਇਹ ਬਾਰ-ਬਾਰ ਉਹਦੇ ਨਾਲ ਲੋਕਾਂ ਦੀਆਂ ਨਿੰਦਾ ਕਰਦਾ ਰਹਿੰਦਾ ਹੈ ਤਾਂ ਉਸ ਇਨਸਾਨ ਨੂੰ ਅੰਦਰੋਂ ਇਹ ਵੀ ਸਮਝ ਆ ਜਾਂਦੀ ਹੈ, ਜੇ ਇਹ ਮੇਰੇ ਨਾਲ ਫਲਾਣੇ ਦੀ ਗੱਲਾਂ ਕਰ ਰਿਹਾ ਹੈ ਤਾਂ ਇਹਦੇ ਕੋਲ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਇਹ ਫਲਾਣਿਆਂ ਕੋਲ ਜਾ ਕੇ ਮੇਰੀ ਵੀ ਨਿੰਦਾ ਕਰੇਗਾ। ਇੰਜ ਸਾਡੀ ਜਜਮੈਂਟ ਵੀ ਹੋ ਜਾਂਦੀ ਹੈ। ਅਸੀਂ ਨਿੰਦਕ ਬਣ ਹੀ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਤਾਂ ਮੈਂ ਇਹ ਸਾਂਝ ਕਰ ਰਿਹਾ ਸੀ ਕਿ ਜਦੋਂ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ ਤਾਂ ਸਾਨੂੰ ਫਿਕਰ ਹੋ ਜਾਂਦਾ, ਹਾਏ ਲੋਕੀ ਮੇਰੀਆਂ ਗੱਲਾਂ ਕਿਉਂ ਕਰ ਰਹੇ ਨੇ, ਸਾਡੇ ਟੱਬਰ ਦੀਆਂ ਗੱਲਾਂ ਕਿਉਂ ਕਰ ਰਹੇ ਨੇ, ਮੇਰੇ ਬੱਚੇ ਕੋਲੋਂ ਕੋਈ ਗਲਤੀ ਹੋ ਗਈ ਉਹਦੇ ਬਾਰੇ ਗੱਲ ਕਿਉਂ ਕਰ ਰਹੇ ਨੇ, ਅਸੀਂ ਦੋ ਭਰਾ ਲੜ ਚੁੱਕੇ ਹੋਏ ਹਾਂ ਸਾਡੇ ਬਾਰੇ ਗੱਲ ਕਿਉਂ ਕਰ ਰਹੇ ਨੇ, ਸਾਡੀ ਨੂੰਹ ਧੀ ਪੁੱਤਰ ਦੀ ਗੱਲ ਕਿਉਂ ਕਰ ਰਹੇ ਨੇ। ਲੋਕੀ ਇਸ ਕਰਕੇ ਕਰ ਰਹੇ ਨੇ ਕਿਉਂਕਿ ਤੂੰ ਹੀ ਕਰਦਾ ਰਹਿੰਦਾ ਹੈ ਅਤੇ ਤੈਨੂੰ ਪਤਾ ਨਹੀਂ ਹੈ ਜਿਸ ਤਰ੍ਹਾਂ ਤੂੰ ਐਕਟ ਕਰਦਾ ਇਸ ਤਰ੍ਹਾਂ ਦਾ ਹੀ ਤਾਂ ਸਮਾਜ ਬਣਦਾ ਹੈ। ਸੋ ਸਾਰਾ ਸਮਾਜ ਇੰਝ ਹੀ ਬਣਿਆ ਹੈ, ਜੇ ਭੈੜੇ ਤੁਸੀਂ ਅਤੇ ਆ ਭੈੜਾ ਮੈਂ। ਇੰਝ ਅਸੀਂ ਆਪਣੇ ਵਾਂਗੂ ਸਾਰਿਆਂ ਨੂੰ ਭੈੜਾ ਵੀ ਬਣਾ ਲੈਂਦੇ ਹਾਂ, ਸਾਰਿਆਂ ਦੀ ਨਿੰਦਾ ਵੀ ਕਰ ਲੈਂਦੇ ਹਾਂ, ਪਰ ਆਪਣੇ ਬਾਰੇ ਡਰਦੇ ਰਹਿੰਦੇ ਹਾਂ। ਇਹ ਡਰ ਕੀ ਹੈ? ਚਿੰਤਾ, ਫਿਕਰ, ਹਾਏ ਲੋਕੀ, ਸਭਸੇ ਬੜਾ ਰੋਗ ਕਿਆ ਕहेंगे ਲੋਗ, ਇਹ ਰੋਗ ਹੋ ਜਾਂਦਾ ਹੈ। ਇਸ ਰੋਗ ਦੇ ਕਾਰਨ ਅਸੀਂ ਦੁਨਿਆਵੀ ਦਿਖਾਵਾ ਕਰਦੇ ਹਾਂ, ਸਾਨੂੰ ਵਿਆਹ ਸ਼ਾਦੀ 'ਤੇ ਇਹ ਕਰਨਾ ਪਏਗਾ ਨਾ, ਲੋਕੀ ਕੀ ਕਹਿਣਗੇ, ਸਾਰਾ ਦਿਖਾਵਾ ਕਰੀ ਜਾਂਦੇ ਹਾਂ। ਸਾਡੇ ਘਰ ਕੋਈ ਮਰ ਗਿਆ ਹੈ, ਜੇ ਅਸੀਂ ਲੱਡੂ ਨਾ ਵਰਤਾਏ ਤਾਂ ਲੋਕੀ ਕੀ ਕਹਿਣਗੇ। ਲੋਕੀ ਮਰਨ 'ਤੇ ਵੀ ਤੁਸੀਂ ਦੇਖਣਾ ਗੁਰਦੁਆਰੇ ਭੋਗ ਪਏਗਾ, ਲੋਕੀ ਮਰਨ 'ਤੇ ਵੀ ਖੀਰ, ਜਲੇਬੀ, ਲੱਡੂ ਵਰਤਾਉਂਦੇ ਨੇ, ਤਾਂ ਕਿ ਜਿਹੜੇ ਦੂਰੋਂ ਦੂਰੋਂ ਆਏ ਨੇ ਉਹ ਇਹ ਮੰਨਣ ਕਿ ਪੈਸੇ ਵਾਲੇ ਹਨ। ਕਿਉਂਕਿ ਉਹ ਪੈਸੇ ਦਾ ਸ਼ੋਅ ਆਫ ਦੇ ਪਿੱਛੇ ਇੰਟੈਂਸ਼ਨ ਹੁੰਦੀ ਹੈ, ਕੱਲ੍ਹ ਮੇਰੇ ਧੀ ਪੁੱਤਰ ਦਾ ਰਿਸ਼ਤਾ ਹੋਣਾ ਹੈ, ਲੋਕੀ ਕੀ ਕਹਿਣਗੇ। ਬਿਲਕੁਲ ਫੱਕੜ ਨੇ, ਰੁੱਖੀ ਚਾਹ ਪਿਲਾ ਦਿੱਤੀ, ਸਾਦੀ ਰੋਟੀ ਕਰ ਦਿੱਤੀ। ਸੋ ਆਪਣਾ ਪ੍ਰਗਟਾਵਾ ਸ਼ੋਅ ਆਫ ਕਰਨਾ ਪੈਂਦਾ ਹੈ ਸਾਨੂੰ। ਕੀ ਹੈ? ਡਰ। ਡਰ ਪਿੱਛੇ ਕੀ ਹੈ? ਚਿੰਤਾ, ਫਿਕਰ। ਇਹ ਸਾਰਾ ਕੁਛ ਤਾਂ ਹੁੰਦਾ ਹੈ ਜਦੋਂ ਸਾਡਾ ਜੀਵਨ ਰੱਬ ਜੀ ਤੋਂ ਵਿਛੋੜੇ ਵਾਲਾ ਬਣ ਜਾਂਦਾ ਹੈ। ਅਸੀਂ ਵੀ ਰਿਅਲਾਈਜ਼ ਨਹੀਂ ਕਰਦੇ ਹਾਂ, ਪਰ ਸਾਡਾ ਜੀਵਨ ਵਿਛੋੜੇ ਵਾਲਾ ਬਣ ਜਾਂਦਾ ਹੈ। ਜਿਸ ਨੂੰ ਆਪਣਾ ਜੀਵਨ ਵਿਛੋੜੇ ਵਾਲਾ ਨਜ਼ਰ ਆਉਣਾ ਸ਼ੁਰੂ ਹੋ ਜਾਏ ਨਾ, ਪਿਛਲੇ ਸ਼ਲੋਕ ਵਿੱਚ ਉਹ ਕੀ ਕਹਿੰਦਾ ਹੈ, ਉਹ ਸ਼ਲੋਕ ਅਸੀਂ ਇੰਦਰਪੁਰੀ ਪੜ੍ਹਿਆ ਸੀ, 35 ਨੰਬਰ ਸ਼ਲੋਕ। ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ ਵੇਖ, ਇਹ ਹਮਾਰਾ ਜੀਵਣਾ, ਇਹ ਹਮਾਰਾ ਜੀਵਣਾ। ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ ਵੇਖ, ਇਹ ਹਮਾਰਾ ਜੀਵਣਾ, ਇਹ ਹਮਾਰਾ ਜੀਵਣਾ, ਇਹ ਹਮਾਰਾ ਜੀਵਣਾ। ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ ਵੇਖ,
हमारा जीवना, ये हमारा फरीदा चिंत खटोला वाण दुख, फरीदा चिंत खटोला वाण दुख, बिरह बिछावन लेप, बिरह बिछावन लेप, तू साहिब सच्चे वेख, तू साहिब सच्चे वेख, ये हमारा जीवना, ये हमारा जीवना, ये हमारा जीवन, ये हमारा जीवना। हुण कह रहे ने अंदर दी अवस्था वास्ते अपने मन नूं तेरे कारण असी कैसे बन गए हैं। यू आर थिंकिंग नेगेटिव, यू आर पोरिंग पॉइजन इन मी, मेरे अंदर जहर घोल रहे हैं। मैं लोगों की निंदा करता हाँ, मैं लोगों तो अपने आप को शरीफ ज़्यादा पहचानता वा, दसदा वा, मैं लोगों को दसदा मैं बहुत धर्मी हाँ, बाकी सारे बेईमान हैं। इस तरीके दे नाल सारा करते 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 मैं अपने वास्ते चिंता फिक्र इकट्ठा करता जा रहा। मैं लोगों के धियां पुत्र की गल करता हाँ, परफेक्ट कोई भी नहीं है। जो इंसान लोगों के धियां पुत्र की गल्लां करते हैं उन्होंने अपने धियां पुत्र का फिक्र पै जाता है। तो धियां पुत्र हर किसी के सीधे राह नहीं टुरते हैं, किसी का किसी पासों उन्होंने कोल कोई गलती हो जाती है, उस वेले फिक्र शुरू होता है। पर ये सारा कुछ असी समाज के अंदर साध संगत जी, साडा समाज बनता है एक एक मनुख के कारण, पर एक एक मनुख की जो सोचनी होती है उस सोचनी के कारण कल्चर बनता है, और सोचनी के कारण समाज बनता है। इसका मतलब सोचनी ठीक करनी पेगी। पिछे प्रोग्राम एक जगह होया सी पंथक सांझ, असी पंथक सांझ के अंदर ये सारे नाल सांझ कीती सी कि असी सोचनी बदलण वास्ते नवे समाज की सिरजना कर रहे हैं। इस करके असी गुरु ग्रंथ साहिब नूं ABC तो ऊड़ा एड़ा तो शुरू तो समझण दा यतन कर रहे हैं। हज़ारां सालां तो जिहड़ियां प्रचलित गल्लां सी असी उन्हां मुताबक गुरु ग्रंथ साहिब नूं नहीं समझ रहे हैं। जिहड़ी सिੱਖੀ ਪਹਿਲਾਂ तो प्रचलित कराई हुई सी हज़ारां सालां दी या 500 सालों तो, असी उस पक्षों नहीं समझ रहे हैं। असी ये समझ रहे हैं जो सारा पता सी सानू नहीं पता। असी ये समझ रहे हैं कि गलत कित्थों कित्थों हो गया है। तां करके जदों असी जपजी साहब के अर्थ समझे तो ਉਹਦੀ ਪੈਨ ड्राइव बनी हुई 110 घंटिया की, साड़ी पुस्तक भी बनी हुई, सचारा की बनी, सारे अर्थ बदल गए। लोग समझते सी देंदा दे लैंदे थक पाए, जुआ जुअंतर खाई के, और रब जी देंदे रहंदे ने, लैण वाले लै लैके थक जाते हैं, और मनुख जुगां तो रब दातां दे रहा खांदा रहिंदा है। असी ये गल समझी, पर लोग तो अपनी कार पिछे लिखते हैं, ये भी दात तेरी दातार कोई कार नूं खांदा है। लोग कहते हैं पुत्र काका मेरा, रब जी की दात है, कोई काके नूं खांदा, अपने पुत्र नूं खांदा कोई अपने मकान के पिछे लिख दिंदा है भी दात तेरी दातार, कोई उसनूं दात समझ के मकान नूं खांदा। जुगा जुअंतर खाई खाए की गल चल रही है, कुड़ियार तो सचियार बनन की गल चल रही है पहली पौड़ी च। इस तरह असी उसनूं भाव अर्थ समझण तक आते हैं कि लड़ीवार कुड़ियार तो सचियार बनन की गल चल रही है। तो जिहड़ा कुड़ियार तो सचियार बनना चाहता है ये भटकदा रहिंदा है। ये कहता रब जी सुमत देंदे ने, देंदा दे लैंदे, जो लैंदा है रब जी की सुमत। थक पाए का मतलब टायर्ड नहीं हो जाता, थक पाए का मतलब होंदा वो टिक जाता है, ਉਹਦੀ भटकना खत्म हो जाती है। अर्थ बदल गए। साडी मंशा अर्थ बदलन दी नहीं है। साडी मंशा नहीं कि साडे अल्टीमेट फाइनल मीनिंग ने, नहीं, साडी मंशा ये वे कि जदों इस पक्षों समझते हाँ
ਤਾਂ ਜਪਜੀ ਸਾਹਿਬ ਮੈਨੂੰ ਮੇਰੇ ਤੇ ਐਪਲੀਕੇਬਲ ਨਜ਼ਰ ਆਉਂਦੇ ਨੇ। ਜੇ ਮੈਂ ਕਹਾਂ ਲੱਖਾਂ ਸਾਲਾਂ ਤੋਂ ਪਤਾਲ ਪਤਾਲ, ਲੱਖਾਂ ਗਾਸ਼ਾਂ ਗਾਸ, ਅਨੇਕਾਂ ਧਰਤੀਆਂ, ਲੱਖਾਂ ਧਰਤੀਆਂ ਨੇ, ਲੱਖਾਂ ਪਤਾਲ ਨੇ, ਤਾਂ ਮੈਂ ਆਪਣੇ ਤੇ ਟੁਕਾ ਹੀ ਨਹੀਂ ਪਾ ਰਿਹਾ। ਲੇਕਿਨ ਜੇ ਮੈਂ ਮੰਦੇ ਖਿਆਲ ਸੋਚਦਾ, ਉਹਨੂੰ ਪਤਾਲਾਂ ਪਤਾਲ, ਪਤਾਲੀ ਖਿਆਲ ਕਹਿੰਦੇ ਨੇ। ਲੱਖਾਂ ਗਾਸਾਂ ਗਾਸ, ਜੇ ਮੈਂ ਚੰਗੇ ਖਿਆਲ ਸੋਚਦਾ, ਉਹਨੂੰ ਲੱਖਾਂ ਗਾਸਾਂ ਗਾਸ ਕਹਿੰਦੇ ਨੇ। ਦੋਨੋਂ ਅਵਸਥਾਵਾਂ ਅਨੇਕਾਂ ਕਿਸਮਾਂ ਤੋਂ ਮੇਰੇ ਅੰਦਰ ਹਨ। ਹੁਣ ਜਪਜੀ ਸਾਹਿਬ ਮੇਰੇ ਤੇ ਟੁਕਣਾ ਸ਼ੁਰੂ ਹੋ ਗਿਆ। ਮੇਰੇ ਤੇ ਕਿਉਂਕਿ ਟੁਕਣਾ ਸ਼ੁਰੂ ਹੋ ਗਿਆ, ਮੈਂ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ। ਜਿਹੜਾ ਮਨ ਪਹਿਲੀ ਪੌੜੀ ਤੋਂ 38 ਪੌੜੀ ਤੱਕ ਪੜ੍ਹੇਗਾ ਕਿ ਮੈਨੂੰ ਸਮਝਾ ਰਹੇ ਨੇ, ਮੇਰੇ ਬਾਰੇ ਗੱਲ ਕਰ ਰਹੇ ਨੇ, ਮੈਨੂੰ ਕੁੜਿਆਰ ਤੋਂ ਸਚਿਆਰ ਬਣਾ ਰਹੇ ਨੇ, ਉਸ ਮਨ ਨੂੰ ਸਮਝ ਆ ਜਾਏਗੀ ਸੱਚਖੰਡ ਵਸੇ ਨਿਰੰਕਾਰ। ਤੇ ਸੱਚਖੰਡ ਕਿਤੇ ਦੀਵਾਰਾਂ ਤੇ ਲਿਖਿਆ ਹੋਇਆ, ਕੋਈ 4 ਦੀਵਾਰਾਂ ਤੇ ਜਾਂ ਕਿਸੇ ਕਮਰੇ ਉੱਤੇ ਲਿਖੇ ਨੂੰ ਸੱਚਖੰਡ ਨਹੀਂ ਕਹਿੰਦੇ ਨੇ। ਸੱਚਖੰਡ ਹੁੰਦਾ ਅੰਦਰ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿਸ ਹਿਰਦੇ ਵਿੱਚ ਰੱਬ ਜੀ ਵਸ ਜਾਂਦੇ ਨੇ, ਉਹ ਹਿਰਦਾ ਥਾਨ ਸੁਹਾਵਾ ਹੋ ਜਾਂਦਾ ਹੈ, ਉਹ ਸੱਚਖੰਡ ਬਣ ਜਾਂਦਾ ਹੈ। ਉੱਥੋਂ ਅੰਦਰੋਂ ਰੱਬ ਜੀ ਰਿਅਲਾਈਜ਼ ਹੋ ਜਾਂਦੇ ਨੇ। ਪਰ ਜੇ ਰੱਬ ਜੀ ਰਿਅਲਾਈਜ਼ ਨਹੀਂ ਹੁੰਦੇ ਨੇ, ਤਾਂ ਇਹ ਅਵਸਥਾ ਬਣ ਗਈ, ਉਹ ਮੇਰੇ ਮਨ, ਤੂੰ ਅੰਦਰ ਦੇ ਰੱਬ ਜੀ ਨਾਲ ਗੱਲ ਕਰ। ਤੁਸੀਂ ਸੱਚੇ ਸਾਹਿਬੋ, ਦੇਖੋ ਸਾਡਾ ਜੀਵਨ ਕੈਸਾ ਬਣ ਗਿਆ ਹੈ। ਇੰਦਰੇ ਗਿਆਨ ਇੰਦਰੇ ਸੁਰਤ ਮਤ ਬੁੱਧ ਮਨ ਨੂੰ ਕਹਿ ਰਹੇ ਨੇ, ਤੂੰ ਸਾਹਿਬ ਸੱਚੇ ਵੇਖ, ਸਤਿਗੁਰ ਦੀ ਮੱਤ ਲੈ ਕੇ ਤੂੰ ਸਮਝਣਾ ਅਸੀਂ ਕਿਉਂ ਭਟਕ ਗਏ ਹਾਂ, ਸਾਡਾ ਜੀਵਨ ਕੀ ਬਣ ਗਿਆ। ਚਿੰਤ ਖਟੋਲਾ ਵਾਣ ਦੁੱਖ, ਅਸੀਂ ਚਿੰਤਾ ਦੇ ਖਟੋਲੇ ਤੇ ਰੋਜ਼ ਸੌਂਦੇ ਹਾਂ ਰਾਤੀ। ਵਾਣ ਦੁੱਖ ਜਿਹਦੇ ਨਾਲ ਜਿਹਦੇ ਨਾਲ ਮੰਜਾ ਬਣਿਆ ਹੁੰਦਾ, ਅਸੀਂ ਦੁਖੀ ਰਹਿੰਦੇ ਹਾਂ। ਬਿਰਹ ਵਿਛਾਵਨ ਲੇਫ, ਅਸੀਂ ਰੱਬ ਜੀ ਤੋਂ ਵਿਛੜਿਆ ਜੀਵਨ ਜੀ ਰਹੇ ਹਾਂ। ਇਹ ਹਮਾਰਾ ਜੀਵਨ ਆ। ਅਸੀਂ ਜਿਸ ਨੂੰ ਜੀਵਨ ਸਮਝਦੇ ਹਾਂ, ਅਸੀਂ ਜੀਵਨ ਕਿਹਨੂੰ ਸਮਝਦੇ ਹਾਂ। ਘਰ ਇੱਕ ਗੈਸ ਖਤਮ ਹੋ ਜਾਏ ਨਾ, 2-3 ਹੋਰ ਗੈਸ ਦੇ ਸਿਲੰਡਰ ਹੋਣੇ ਚਾਹੀਦੇ ਨੇ। ਅਸੀਂ ਇਹਨੂੰ ਸੁੱਖ ਸਮਝ ਰਹੇ ਹਾਂ। ਗਰਮੀਆਂ ਦੇ ਦਿਨ ਹੋਣ, ਏਅਰ ਕੰਡੀਸ਼ਨ 'ਤੇ ਹੋਣਾ ਚਾਹੀਦਾ ਨਾ, ਅਸੀਂ ਇਹਨੂੰ ਸੁੱਖ ਸਮਝ ਰਹੇ ਹਾਂ। ਬੱਤੀ ਨਾ ਚਲੀ ਜਾਏ, ਇਨਵਰਟਰ ਜਾਂ ਜਨਰੇਟਰ 'ਤੇ ਹੋਣਾ ਚਾਹੀਦਾ, ਅਸੀਂ ਇਹਨੂੰ ਸੁੱਖ ਸਮਝ ਰਹੇ ਹਾਂ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਾਰਿਸ਼ ਹੁੰਦੀ ਹੈ, ਗਰਮੀ ਹੁੰਦੀ ਹੈ, ਸਾਡੇ ਕੋਲ ਏਅਰ ਕੰਡੀਸ਼ਨ ਕਾਰ ਹੋਵੇ, ਅਸੀਂ ਇਸ ਨੂੰ ਸੁੱਖ ਸਮਝ ਰਹੇ ਹਾਂ। ਪਰ ਇਹਨਾਂ ਸੁੱਖਾਂ ਦੇ ਦੌਰਾਨ ਤਲਾਕ ਵੀ ਹੁੰਦੇ ਨੇ। ਇਹਨਾਂ ਸੁੱਖਾਂ ਦੇ ਦੌਰਾਨ ਪਤੀ ਪਤਨੀ ਦਾ ਝਗੜਾ ਰਹਿੰਦਾ ਹੈ। ਇਹਨਾਂ ਸੁੱਖਾਂ ਦੇ ਦੌਰਾਨ ਸਾਡੇ ਬੱਚੇ ਮੰਮੀ ਪਾਪਾ ਨਾਲ ਰੁੱਸੇ ਰਹਿੰਦੇ ਨੇ। ਇਹਨਾਂ ਨੂੰ ਸੁੱਖ ਨਹੀਂ ਕਹਿੰਦੇ ਨੇ। ਇਹ ਰੱਬ ਜੀ ਤੋਂ ਵਿਛੋੜੇ ਦਾ ਕਾਰਨ ਹੈ। ਤੂੰ ਸਾਹਿਬ ਸੱਚੇ ਵੇਖ, ਅਸੀਂ ਰੱਬ ਜੀ ਨੂੰ ਕਿਵੇਂ ਮਿਲਣਾ, ਇਹ ਗੱਲਾਂ ਨਹੀਂ ਕਰ ਰਹੇ ਹਾਂ। ਅਸੀਂ ਇਹ ਕਹਿ ਰਹੇ ਹਾਂ ਸਾਡਾ ਇਹ ਵਾਲਾ ਜੀਵਨ ਇੰਜ ਕਰਕੇ ਬਣ ਗਿਆ ਕਿਉਂਕਿ ਅਸੀਂ ਰੱਬ ਜੀ ਤੋਂ ਵਿਛੜੇ ਹੋਏ ਹਾਂ। हज़ारों सालों तो पता की है, हज़ारों सालों तो है हम भगवान से बिछड़े हुए और भगवान को ढूंढना है। कहाँ ढूंढने जाना है? गुरबाणी कहती वो बिछड़िया ही नहीं है, तेरे अंदर रहता है। 17 नंबर श्लोक की पूरी लड़ी तुसी टीवी ते देख चुके हो। तां असी शुरू किया सी, उन्होंने समझा सी। जंगल जंगल क्या फवें वण कंडा मोड़े, जंगल जंगल क्या भवें वण कंडा मोड़े, वसी रब हियालिए जंगल क्या टूंडे, वसी रब हियालिए जंगल क्या टूंडे, जंगल क्या टूंडे, जंगल क्या टूंडे, जंगल जंगल क्या भवें वण कंडा मोड़े। वण कंडा मोड़े का मतलब होता है ਇਹ ਸਾਰੇ शरीर ਨੂੰ जंगल कहते हैं। ਜਦੋਂ ਇਹ ਸਾਰੇ इंद्रे ज्ञान इंद्रे अख नक कन सच तो मुनकर हो जान ना, ਤਾਂ पता ही नहीं लगता मेरे अंदर रब जी वसते ने और मैं बाहरली गेम ਵਿੱਚ ਹਾਂ। मैं शरीर दे सुखां स्वादां तक हाँ। शरीर दे जिहड़े सुखां स्वादां दी गल चल रही है, ਉਹਦੇ 'ਚ ਸਾਡੇ सच ਵੱਲੋਂ अंग मुड़ जाते ने। किस पासों? अंदर रब जी वसते ने, अंदर असीं आना ही नहीं चाहते। साडी निशानी अंदर ना आने की निशानी की है? जब भी मैं नौकरानी को बोलूँगी तुम सब्जी काटो, रोटी पकाओ, सफाई करो, मैं क्या करूँगी? मैं वेली हो गई,
अब मैं वेली होके क्या करूँगी, क्या करूँ? मैं फ़ोन उठाऊंगी, किसी से बात करूंगी, मैं फ़ोन उठाऊंगी अपनी माँ से अपनी सास की निंदा करूंगी, मैं फ़ोन उठाऊंगी अपनी दरानी जिठानी की निंदा करूंगी। अच्छा, अगर मेरे पास फ़ोन नहीं होगा तो मैं रिमोट से टीवी ऑन कर लूँगी, एक सीरियल ख़त्म होगा मैं दूसरा देखना शुरू कर दूँगी। ਇਹਨੂੰ ਕਹਿੰਦੇ ਨੇ ਆਪਣੇ शरीरले बाहरले अखां दे कन्ना दे स्वादा तक रह गए। या मैं फ़ोन पे ऑर्डर करूँगी फलानी रोटी, फलाना पिज़्ज़ा, फलाना चाउमीन घर दे के जाओ। रब जी तो विछड़े होए आ। इनू डुअलिटी दी दुहागण दी अवस्था कहते ने। जाए पुछो दुहागणी, जाए पुछो दुहागणी, तुम क्यों रैन बिहाए, तुम क्यों रैन बिहाए। जाए पुछो दुहागणी, जाए पुछो दुहागणी, तुम क्यों रैन बिहाए, तुम क्यों रैन बिहाए। अज न सुती कंत स्यो, अज न सुती कंत स्यो, अंग मुड़े मुड़ जाए, अंग मुड़े मुड़ जाए। जाए पुछो दुहागणी, तुम क्यों रैन बिहाए। जो साडे वांगू दुहागन हो गए ने, दुहागन मीन्स डुअलिटी, डुअलिटी मीन्स कभी शरीफ हो जाओ कभी शैतानियत कर लो। साडी निशानी है, ਅਸੀਂ किसी पार्टी ते जाइए, ਅਸੀਂ कित्थे लोकां विच बैठे होइए, जे फैशन की गल कर रहे हैं तो सानू करनी आती है, जे शाहरुख खान ऐश्वर्या राय की गल करनी हो सानू फिल्मां की गल भी करनी आती है, जे स्टॉक मार्केट की करनी हो सानू ओहदी भी आती है, जे पॉलिटिक्स की करनी ओहदी भी आती है, पर जे धर्म की गल शुरू करन सानू धर्म की भी आती है। हर तो गल सानू करनी आती है, असी हर खाने फिट होने की कोशिश करते हैं, पर दुहागन बने रहते हैं, सुहागन नहीं बनते हैं, अंदर दे रब जी नू नहीं पछाणते हैं। गुरमत रब नू लभण दा रस्ता नहीं है। गुरमत रब नू जिहड़ा इग्नोर कीता होया है ना, अंदर वाले रब नू जिहड़ा इग्नोर कीता होया ना, उस इग्नोर वाले पुट्ठे पासों मुँह सीधे पासे करना सिखाती है। भगवान तो ऑलरेडी यहाँ पर है ही है, हम तो उसको कहीं ढूंढने जाते ही नहीं है। हम तो भगवान को प्राप्त करने के लिए कोई कर्मकांड करते ही नहीं है, क्योंकि हमने सीखा हुआ है तू दरिया हो दाना बीना, मैं मछली कैसे अंत लहा, जय जय देखा तैसा तू है। अब भगवान जी मेरे, तुम तो सब जगह हो, मैं तो जैसे मच्छी पानी में होती है, चारों पासे पानी है, पानी उसका जीवन है। मच्छी वास्ते पानी ही रब जी है, चारों पासे है। जे मच्छी वास्ते मछली जल की रानी है, जीवन उसका पानी है, तो फिर साढ़े वास्ते रब जी ने आखा जीवा विसर है। असी रब जी तो इग्नोर करते हैं, तो असी रब जी नू एबसेंट समझ रहे हैं, पर रब जी एबसेंट नहीं ने। गुरमत का कॉन्सैप्ट सारी दुनिया नालों अलग है। सारी दुनिया भगवान को प्राप्त करने के लिए कोई कर्म कांड, कोई पाखंड सिखाती है। गुरमत सानू कोई जीवन जाच सिखाती है कि तू रब जी नू इग्नोर किया है। अज ना सुती कांसियों अंग मुड़े मुड़ जाए, जो मैं अंदर दे रब जी वल ध्यान नहीं करता हाँ करदी हाँ, तो मेरे सारे अंग सच वाले पासों पुट्ठे पासे हो जाते हैं।
इस श्लोक के अर्थ अश्लील नहीं ने। इस श्लोक के अर्थ अश्लील वो करते हैं जिन्हों के इत्थे अश्लीलता है। इस श्लोक के सही मैंने भाव अर्थ ने किसी पति पत्नी वास्ते नहीं ने। भाव अर्थ ने मेरी मत अंदर वसदे रब जी दे नाल जुड़ी नहीं है, इस करके मेरे सारे अंग सच पासों मुड़ गए ने। ये हमारा जीवना तू साहिब सच्चे वेख, ये साडा 30 नंबर श्लोक सी। ते जो रब नाल नहीं जुड़दी है, मानो अपने पति नाल नहीं जुड़दी है, वो मत साहुरै ढोई ना लहै। असी अगला श्लोक पढ़िया, साहुरै ढोई ना लहै, साहुरै ढोई ना लहै, पिए नाही तन सुहागण नाओ, तन सुहागण नाओ, साहुरै ढोई ना, साहुरै ढोई ना। दुनियावी एग्जाम्पल है पर टुकाना अपने ते है, क्योंकि जीवन मैनू अपना सुधारना है। पुरातन जमाने च नहीं, साढ़े अज तक के समाज च है, जिहड़ी कुड़ी अपने सोहरे घर ना वस सके, सोहरे घर परवान ना होवे, वो जदों पेके आंदी है तो पेके भरा भरजाई उन्होंने नहीं रहन देंदे। ये प्रॉपर्टी मांगेगी, पैसे में से हिस्सा मांगेगी, हर टाइम कुछ ना कुछ मांगेगी, हमारे ऊपर मुसीबत बनी रहेगी। बेचारी नूं पेके भी थां नहीं मिलती, बल्कि माँ प्यो कहते ने तू अपने सोहरे चली जा, बरादरी की कहेगी, उन्होंने दोनों पासे टोई नहीं मिलती। पर असी पेके सोहरे सैमीनार कीता सी, गुरबाणी अंदर पेके सोहरे आंदा है। गुरमत पेके कहती है, जिस तरह कुड़ी अपने घर माँ प्यो कोलों चंगे गुण सीखती है, वो वाले चंगे गुण जाके सोहरे घर वरतदी है तो कुड़ी नूं फायदा हुंदा, सोहरा घर भी सुखी हो जाता है। इंज पेई अड़ै शो सेव तू सौरड़ै सुख वस, गुरमिल चज चार सिख तुद कदे ना लगे दुख। जदों भी असी सारे लोग किसी भी उम्र दे हाँ, जदों असी सच सीखते हाँ, लर्निंग प्रोसैस, सिख सारी उम्र सच सीखता है। जदों असी सच सीखते हैं ना, ये उसी कुड़ी वांगू है जिहड़ी कुड़ी अपने पेके अपनी माँ को चंगे गुण सीखती है। आजकल तो अफसोस है कि वह सीखती ही नहीं। क्यों? क्योंकि नौकरानी बनाती है। क्यों? क्योंकि मम्मी उन्होंने कहता चल हम बाल बनवाने चलें, मम्मी उन्होंने कहते चल हम ब्यूटी पार्लर चलें, मम्मी उन्होंने कहती चल हम ज्वेलरी खरीदने चलें, मम्मी उन्होंने कहती चल आ असी सूट देखन खरीदन चलीए। आजकल तो गुण सीखती नहीं है। पर सुचजियां मावां अपनियां धीआं नूं, मावां नानियां दादियां वड्डियां भैणां अपनियां धीआं नूं चंगे गुण सिखांदियां। सो जो तुसीं सीखण दी अवस्था च हुंदे आ ना, गुरमति च इहनूं पेका घर दी अवस्था कहंदे ने। जदों कोई गुण चंगा सीख के उहनूं असीं अप्लाई करदे आ ना, अपने जीवन ते अमली तौर ते टुकांदे आ, तो वो गुण का सानू फायदा होंदा, सानू चैन आता है, साडी चिंता कटदी है, साडा डर कटदा है, साडी लोकां नाल बण आंदी है, प्यार बण आंदा है। सो चंगा गुण सीखना पेका अवस्था, चंगे गुण नूं अप्लाई करना रब नाल मिलन दी अवस्था, इनू सौहरे घर दी अवस्था करना। पर जे मैं सच तो टुटिया होया वां, मेरे अंग सच पासों पुठे पासे पे हुए ने, तो मैं निंदा करांगा, मेरी जबान ठीक नहीं है।
मैं ਕੰਨ ਨਾਲ ਨਿੰਦਾ ਸੁਣਾਂਗਾ, ਮੇਰੀ ਜ਼ੁਬਾਨ ਠੀਕ ਨਹੀਂ ਹੈ। ਮੈਂ ਜੀਭ ਦੇ ਚਸਕਿਆਂ ਵਿੱਚ ਖਾਣ ਪੀਣ ਦੇ ਰਹਾਂਗਾ, ਮੇਰੀ ਜ਼ੁਬਾਨ ਰੱਬ ਤੋਂ ਮੁੜੀ ਹੋਈ ਹੈ। ਮੈਂ ਅੱਖਾਂ ਨਾਲ ਵਿਤਕਰਾ ਕਰਾਂਗਾ, ਅਮੀਰ ਗਰੀਬ ਦਾ, ਗੋਰੇ ਕਾਲੇ ਦਾ, ਤੇਰੇ ਮੇਰੇ ਦਾ, ਦੇਸੀ ਪਰਦੇਸੀ ਦਾ, ਤਾਂ ਮੇਰੀਆਂ ਅੱਖਾਂ ਵੀ ਸੱਚ ਨਹੀਂ ਦੇਖ ਪਾ ਰਹੀਆਂ ਨੇ। ਸਹੁਰਾ ਢੋਈ ਨਾਲ ਹੈ ਪਈਏ ਨਹੀਂ ਥਾਉ, ਨਾ ਮੈਂ ਕਾ ਸੱਚ ਸਿੱਖਦਾ, ਨਾ ਮੇਰਾ ਰੱਬ ਨਾਲ ਮਿਲਾਪ ਹੋ ਪਾ ਰਿਹਾ ਹੈ। ਮੈਂ ਵਿਛੜਿਆ ਹੋਇਆ, ਪੀਰ ਵਾਤੜੀ ਨਾ ਪੁੱਛੀ ਧਨ ਸੁਹਾਗਣ ਨਾਉ। ਆਪਣੇ ਆਪ ਨੂੰ ਮੈਂ ਇਨਸਾਨ ਗਿਣ ਰਿਹਾ, ਆਪਣੇ ਆਪ ਨੂੰ ਮੈਂ ਜੀਵਨ ਗਿਣ ਰਿਹਾ। ਮਤ ਕੋਈ ਜਾਣੇ ਜਗਜੀਵ ਦਾ, ਦੂਜੇ ਭਾਈ ਮੁਯਾਸ, ਇਹਨੂੰ ਜੀਵਨ ਨਹੀਂ ਕਹਿੰਦੇ ਨੇ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਮਰਨਾ, ਇਹਨੂੰ ਜੀਵਨ ਨਹੀਂ ਕਹਿੰਦੇ ਨੇ। ਸੋ ਜੀਵਿਆ ਜਿਸ ਮਨ ਵਸਿਆ सोए, नानक अवर ना जीवे कोई। जिसको हम जीवन समझ रहे हैं, इसको जीवन नहीं बोलते हैं। मैं हुक्म चाड़ लिया, मेरी माँ ने मेरे खान दी चीज़ां बना दित्तियां। मैं हुक्म चाड़ लिया, पापा ये लेके आना, ये लेके आना, मेरे लिए फ़ोन लेके आना, मेरे लिए सेल फोन लेके आना, मेरे लिए कार लेके आना, पापा ले आए। मैं हुक्म चाड़ लिया, मैं अपनी वोटी नूं हुक्म मनवा के सारियां गल्लां मनवा लियां, पर खा पी के फिर अल्टीमेटली सो ही गए ना। असीं समाज दा भला की कीता, असीं अपना जीवन किस पासों बनाया। ਉਹਨੂੰ ਕਹਿੰਦੇ ਨੇ ਪੀਰ ਵਾਤੜੀ ਨਾ ਪੁੱਛੇ ਹੀ, ਅੰਦਰ ਵਸਦੇ ਰੱਬ ਦੀ ਗੱਲ ਸੁਣੀ ਹੀ ਨਹੀਂ, ਪੁੱਛਿਆ ਹੀ ਨਹੀਂ ਤੁਸੀਂ ਕੀ ਕਹਿੰਦੇ ਹੋ। ਪੀਰ ਵਾਤੜੀ ਨਾ ਪੁੱਛੀ ਧਨ ਸੁਹਾਗਣ ਨਾਉ। ਤੂੰ ਸੋਚਦਾ ਮੈਂ ਸੁਖੀ ਹੋ ਜਾਵਾਂਗਾ, ਤੂੰ ਸੋਚਦਾ ਜੋ ਰੱਬ ਨਾਲ ਇੱਕ ਮਿਕ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਉਹ ਮੈਂ ਰਾਮ ਰਾਮ ਅੱਲਾ ਅੱਲਾ ਕਰਨ ਨਾਲ ਪ੍ਰਾਪਤ ਕਰ ਲਾਂਗਾ। ਨਹੀਂ ਨਹੀਂ, ਰਾਮ ਰਾਮ ਅੱਲਾ ਅੱਲਾ ਕਰਨ ਨਾਲ ਪ੍ਰਾਪਤ ਨਹੀਂ ਹੁੰਦੀ, ਕਰਮ ਕਾਂਡ ਕਰਨ ਨਾਲ ਪ੍ਰਾਪਤ ਨਹੀਂ ਹੁੰਦੀ, ਆ ਕੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਚਲੇ ਜਾਣ ਨਾਲ ਨਹੀਂ ਹੁੰਦੀ। ਜੀਵਨ ਜੀਣਾ ਪੈਂਦਾ ਹੈ। ਬਾਣੀ ਦਾ ਕੰਮ ਪਤਾ ਕੀ ਹੈ? ਜਿਹੜੇ ਲੋਕੀ ਬਾਣੀ ਨਹੀਂ ਉਚਾਰਦੇ ਨੇ, ਮੇਰੀ ਦਲਪ੍ਰੀਤ ਸਿੰਘ ਜੀ ਇਸ ਗੁਰਦੁਆਰੇ ਦੀ ਪ੍ਰਬੰਧਕ ਸੇਵਾ ਕਰਦੇ ਨੇ, 37 ਈਅਰਸ ਦੇ ਨੇ, 4 ਸਾਲਾਂ ਤੋਂ ਕਰ ਰਹੇ ਨੇ, ਸਭ ਤੋਂ ਨੌਜਵਾਨ। ਇਹਨਾਂ ਨੇ ਮੈਨੂੰ ਕਿਹਾ ਅਸੀਂ ਪ੍ਰਭਾਤ ਫੇਰੀ ਵੀ ਕੱਢਦੇ ਹਾਂ, ਪਰ ਉਹਦੇ 'ਚ ਵੀ ਸ਼ਬਦ ਵਿਚਾਰ ਕਰਦੇ ਹਾਂ। ਸਾਰੇ ਪ੍ਰਬੰਧਕਾਂ ਨੇ ਸਾਂਝ ਕੀਤੀ ਵੈਰੀ ਗੁੱਡ। ਜਦੋਂ ਤੱਕ ਅਸੀਂ ਬਾਣੀ ਦੀ ਵਿਚਾਰ ਨਹੀਂ ਨਾ ਕਰਾਂਗੇ, ਅਸੀਂ ਬਦਲਾਂਗੇ ਨਹੀਂ। ਜੇ ਬਾਣੀ ਦੀ ਵਿਚਾਰ ਨਹੀਂ ਕਰਾਂਗੇ, ਅਸੀਂ ਨਗਰ ਕੀਰਤਨ 'ਚ ਮਸਤ ਰਵਾਂਗੇ, ਪ੍ਰਭਾਤ ਫੇਰੀਆਂ 'ਚ ਮਸਤ ਰਵਾਂਗੇ, ਗੁਰਦੁਆਰਿਆਂ ਵਿੱਚ ਅਸੀਂ ਜਾ ਕੇ ਅਸੀਂ ਦਿਨ ਰਾਤ ਅਖੰਡ ਪਾਠ ਕਰਾਉਂਦੇ ਰਵਾਂਗੇ, ਕਰਮ ਕਾਂਡ ਪਾਖੰਡੀ 'ਚ ਮਸਤ ਰਹਾਂਗੇ, ਪਰ ਵਿਚਾਰਾਂਗੇ ਨਹੀਂ ਤਾਂ ਜੀਵਨ ਨਹੀਂ ਬਦਲੇਗਾ। ਵਿਚਾਰ ਕਿਉਂ ਨਹੀਂ ਕਰਦੇ ਹਾਂ ਕਿ ਮੈਨੂੰ ਬਦਲਣਾ ਪੈ ਜਾਏਗਾ, ਮੇਰੇ ਉੱਤੇ ਉਂਗਲ ਆ ਜਾਏਗੀ, ਵੇਰ ਯੂ ਆਰ ਮਿਸਟੇਕਨ। ਦੈਟਸ ਵਾਈ ਵੀ ਡੋਂਟ ਲਾਈਕ ਵਿਚਾਰ। ਮੇਰੀ ਅਵਸਥਾ ਸੀ, ਮੈਂ ਆਪਣੇ ਮਦਰ ਨਾਲ ਗੁਰਦੁਆਰੇ ਜਾਂਦਾ ਸੀ ਔਰ ਕਹਿੰਦਾ ਸੀ ਆਸਾ ਦੀ ਵਾਰ ਖਤਮ ਹੋ ਗਈ, ਅਸੀਂ ਨਿਰੋਲ ਕੀਰਤਨ ਸੁਣ ਲਿਆ, ਅਸੀਂ ਨਹੀਂ ਕਥਾ ਕੁਥਾ ਸੁਣਦੇ। ਵਰਡ ਯੂਜ਼ ਕਰਦਾ ਸੀ ਭੁਲੇਖੇ ਨਾਲ, ਅਗਿਆਨਤਾ ਨਾਲ, ਅਸੀਂ ਨਹੀਂ ਕਥਾ ਕੁਥਾ ਸੁਣਦੇ। ਮੈਨੂੰ ਅੱਜ ਹੈਰਾਨਗੀ ਹੁੰਦੀ ਹੈ, ਮੈਂ ਵਰਡ ਕੀ ਯੂਜ਼ ਕਰਦਾ ਸੀ? ਕਥਾ ਕੁਥਾ ਨਹੀਂ। ਇਹ ਜਿਹੜੀ ਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ ਉਹਨੂੰ ਕਥਾ ਕੁਥਾ ਨਹੀਂ ਕਹਿੰਦੇ ਨੇ। ਇਹ ਜਿਹੜੀ ਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ, ਇਹ ਵਿਚਾਰ ਕੀਤੀ ਜਾਂਦੀ ਹੈ ਮੈਨੂੰ ਸਵਾਰਨ ਵਾਸਤੇ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹਨੂੰ ਕਥਾ ਕੁਥਾ ਨਹੀਂ ਕਿਹਾ ਕਰ ਤੂੰ। ਸਮਝ ਆਈ? ਇਹ ਬਾਣੀ ਦੀ ਵਿਚਾਰ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤੈਨੂੰ ਅੰਦਰ ਦੇ ਰੱਬ ਦੇ ਨਾਲ ਜੋੜ ਕੇ ਤੇਰਾ ਜੀਵਨ ਸਵਾਰਦੀ ਹੈ। ਸੋ ਸਾਡੇ ਗੁਰਦੁਆਰਿਆਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿਨ੍ਹਾਂ ਵਿਚਕਾਰ ਵੱਧ ਤੋਂ ਵੱਧ ਬਾਣੀ ਦੀ ਵਿਚਾਰ ਹੋਇਆ ਕਰੇ ਔਰ ਸਾਡਾ ਅਵਗੁਣ ਪਤਾ ਲੱਗ ਸਕੇ। ਸੋ ਕਹਿੰਦੇ ਅੱਗੇ ਕਹਿੰਦੇ ਨੇ ਅਸੀਂ ਸੁਖੀ ਜੀਵਨ ਤਾਂ ਅਸੀਂ ਜੀ ਪਾਵਾਂਗੇ, ਪਰ ਸਹੁਰੇ ਪਈਏ ਕੰਤੀ ਕੰਤ ਅਗਮ ਅਥਾ। ਜੇ ਜਦੋਂ ਮਨ ਸਤਿਗੁਰ ਦੀ ਮੱਤ ਲੈ ਲਵੇ ਤਾਂ ਕੰਤ ਬਣ ਜਾਂਦਾ, ਅਗਮ ਦੇ ਚੰਗੇ ਗੁਣ ਆ ਜਾਂਦੇ ਨੇ। ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਮੇਰੀ ਮੱਤ ਜੇ ਬੇਪਰਵਾਹ ਰੱਬ ਦੇ ਨਾਲ ਜੁੜ ਜਾਏ ਤਾਂ ਮੇਰਾ ਮਨ ਵੀ ਬੇਪਰਵਾਹ ਹੋ ਜਾਂਦਾ। ਜਦੋਂ ਮਨ ਬੇਪਰਵਾਹ ਹੋ ਜਾਏ ਤਾਂ ਚਿੰਤਾ ਫਿਕਰ ਰਹਿਤ ਹੋ ਜਾਂਦਾ ਹੈ। ਵੇਖੈ ਵਿਗਸੈ ਬੇਪਰਵਾਹ ਹੋ ਜਾਂਦਾ ਹੈ, ਕਿਉਂਕਿ ਉਹ ਰੱਬ ਬੇਪਰਵਾਹ ਨਾਲ ਜੁੜ ਗਿਆ ਹੈ। ਰੱਬ ਦਾ ਕੌਨਸੈਪਟ ਹੈ, ਰੱਬ ਹਮੇਸ਼ਾ ਖਿੜਿਆ ਰਹਿੰਦਾ ਹੈ। ਮੇਰਾ ਮਨ ਵੀ ਖਿੜ ਜਾਂਦਾ ਹੈ, ਵਿਗਸ ਜਾਂਦਾ ਹੈ। ਉਹਨੂੰ ਮਨ ਖਿੜਿਆ ਹਰਿਆ ਬਾਗ ਕਹਿੰਦੇ ਨੇ, ਉਹਨੂੰ ਨਾਨਕ ਭਗਤਾ ਸਦਾ ਵਿਗਾਸ ਕਹਿੰਦੇ ਨੇ। ਸਾਡੇ ਮੱਥੇ ਕੁੱਟੇ ਰਹਿੰਦੇ ਨੇ, ਅਸੀਂ ਉਦਾਸ ਰਹਿੰਦੇ ਹਾਂ, ਸਾਡੇ ਚਿਹਰੇ 'ਤੇ ਖਿੜਾਵ ਨਹੀਂ ਹੈ। ਅਸੀਂ ਦਿਨ ਰਾਤ ਉਦਾਸੀਨ, ਹੱਸਦੇ ਬਿਲਕੁਲ ਨਹੀਂ ਹਾਂ। ਅਸੀਂ ਨਾ ਹੱਸਦੇ ਹਾਂ ਨਾ ਹੱਸਣ ਦਿੰਦੇ ਹਾਂ। ਅਸੀਂ ਆਪ ਖੁਸ਼ ਨਹੀਂ ਹਾਂ, ਤਾਂ ਹੀ ਤਾਂ ਅਸੀਂ ਨਿੰਦਾ ਚੁਗਲੀ
ਲੈਗ ਪੁਲਿੰਗ, ਬੁਲਿੰਗ, ਐਸੇ ਸਾਰੇ ਕੰਮਾਂ ਵਿੱਚ ਪਏ ਰਹਿੰਦੇ ਆ। ਸੋ ਜੋ ਬੇਪਰਵਾਹ ਨਾਲ ਆਪ ਜੁੜ ਜਾਂਦਾ ਹੈ, ਬੇਪਰਵਾਹ ਰੱਬ ਨਾਲ ਜੁੜ ਜਾਂਦਾ, ਉਸ ਦਾ ਮਨ ਵੀ ਬੇਪਰਵਾਹ ਹੋ ਜਾਂਦਾ ਹੈ, ਉਹ ਸਹੀ ਮਾਇਨੇ ਵਿੱਚ ਬੇਅੰਤ ਚੰਗੇ ਗੁਣਾਂ ਦਾ ਮਾਲਕ ਬਣ ਜਾਂਦਾ ਹੈ। ਪਰ ਜਿਹੜਾ ਨਾ ਜੁੜੇ, ਉਹਦਾ ਅਗਲਾ ਸ਼ਲੋਕ ਆਇਆ, ਨਾਤੀ ਧੋਤੀ ਸੰਭੀ ਸੁੱਤੀ ਆਏ ਨਚਿੰਤ। ਨਾਤੀ ਧੋਤੀ ਸੰਭੀ ਸੁੱਤੀ ਆਏ ਨਿਚਿੰਦ। ਨਾਤੀ ਧੋਤੀ ਸੰਭੀ ਸੁੱਤੀ ਆਏ ਨਿਚਿੰਦ। ਫਰੀਦਾ ਗ੍ਰਹੀ ਸੋ ਬੇੜੀ ਹਿੰਗ ਦੀਵੀ, ਰਹੀ ਸੋ ਬੇੜੀ ਹਿੰਗ ਦੀ। ਗਈ ਕਥੂਰੀ ਗੰਧ, ਗਈ ਕਥੂਰੀ ਗੰਧ। ਨਾਤੀ ਧੋਤੀ ਸੰਭੀ ਸੁੱਤੀ ਆਏ ਨਿਚਿੰਦ। ਨਾਤੀ ਧੋਤੀ, ਇੱਕ ਕੁੜੀ ਜਿਸ ਦਾ ਵਿਆਹ ਹੋਣਾ ਹੈ, ਉਹਦੇ ਮਿਲਾਪ ਦਾ ਸਮਾਂ ਹੈ। ਫਰਜ਼ ਕਰੋ ਉਹਦੇ ਮਿਲਾਪ ਦਾ, ਆਪਣੇ ਪਤੀ ਨਾਲ ਵਿਆਹ ਦਾ, ਸੁਹਾਗਨ ਹੋਣ ਦਾ 8 ਵਜੇ ਦਾ ਟਾਈਮ ਹੈ। ਇਹ ਸਵੇਰ ਦੀ ਤਿਆਰ ਹੋ ਰਹੀ ਸੀ ਔਰ ਜੋ ਹੀ 8 ਵਜੇ ਸੋ ਗਈ, ਵੇਲਾ ਹੀ ਖੁੰਝਾ ਦਿੱਤਾ। ਇਹ ਵਾਲਾ ਐਗਜ਼ਾਮਪਲ ਦੇ ਕੇ ਕਹਿੰਦੇ ਨੇ ਨਾਤੀ ਧੋਤੀ ਸੰਭੀ। ਨਾਤੀ ਧੋਤੀ ਪੂਰੀ ਤਿਆਰੀ ਕੀਤੀ ਮਿਲਾਪ ਵਾਸਤੇ, ਸੁੱਤੀ ਆਏ ਨਚਿੰਤ, ਔਰ ਬੇਫਿਕਰ ਹੋ ਕੇ ਸੋ ਗਈ। ਅਸੀਂ ਬੇਫਿਕਰ ਹੋ ਕੇ ਸੁੱਤੇ ਹੋਏ ਹਾਂ। ਸਾਡੀ ਕਲੋਨੀ ਅੰਦਰ ਗੁਰਦੁਆਰਾ ਨਹੀਂ ਹੈ, ਆਓ ਜੀ ਪੈਸੇ ਇਕੱਠੇ ਕਰੀਏ, ਗੁਰਦੁਆਰਾ ਬਣਾਈਏ। ਹੁਣ ਅਸੀਂ ਸੌ ਗਏ। ਹੁਣ ਸੌਣ ਦੀ ਨਿਸ਼ਾਨੀਆਂ ਕੀਆਂ? ਪ੍ਰਬੰਧਕ ਆਪਸ ਵਿੱਚ ਲੜਨਗੇ। ਮੈਨੂੰ ਖੁਸ਼ੀ ਹੋਈ ਕਿ ਇੱਥੇ ਕਹਿੰਦੇ ਨੇ ਸਾਡੇ ਲੜਾਈ ਨਹੀਂ ਹੁੰਦੀ। ਸਾਡੀ ਤਾਂ ਸਭ ਜਗ੍ਹਾ ਗੁਰਦੁਆਰਿਆਂ ਵਿਚਕਾਰ ਇਲੈਕਸ਼ਨ ਦੀ ਲੜਾਈ ਹੁੰਦੀ ਰਹਿੰਦੀ ਹੈ। ਤੁਸੀਂ ਮੁਬਾਰਕ ਹੋ, ਲੇਕਿਨ ਜੇ ਸੁੱਤੇ ਹੋਏ ਪ੍ਰਬੰਧਕ ਹੋਣ ਤਾਂ ਆਪਸ ਵਿੱਚ ਲੜਦੇ ਨੇ, ਇਲੈਕਸ਼ਨ ਦਾ ਝਗੜਾ ਹੁੰਦਾ ਹੈ, ਸ਼ਰਾਬਾਂ ਵਰਤਾਉਂਦੇ ਨੇ, ਇੱਕ ਦੂਜੇ ਨੂੰ ਬੁਰਾ ਭਲਾ ਕਹਿੰਦੇ ਨੇ। ਇੱਕ ਕਲੋਨੀ ਅੰਦਰ ਗੁਰਦੁਆਰਾ ਕੀ ਬਣ ਗਿਆ, ਆਪਸ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਨੇ। ਸੁੱਤੀ ਆਏ ਨਚਿੰਦ, ਸਾਨੂੰ ਜਾਗਣਾ ਹੈ। ਸਾਡੇ ਗੁਰਦੁਆਰਿਆਂ ਵੱਲੋਂ ਗੋਲਕਾਂ ਨਾਲ ਮਿਲ ਕੇ ਵਧੀਆ ਵਧੀਆ ਹਸਪਤਾਲ ਹੋਣੇ ਚਾਹੀਦੇ ਨੇ। ਸਾਡੇ ਵੱਲੋਂ ਵਧੀਆ ਵਧੀਆ ਸਕੂਲ ਕਾਲਜ ਖੋਲ੍ਹ ਦਿਓ ਤਾਂ ਕਿ ਬੱਚਿਆਂ ਨੂੰ 96% ਦੇ ਕਟ ਆਫ ਰੇਟ 'ਤੇ ਜਿਹੜੀ ਜੌਬ ਨਹੀਂ ਮਿਲਦੀ, ਜਿਹੜੀ ਐਡਮਿਸ਼ਨ ਨਹੀਂ ਮਿਲਦੀ, ਉਹਨਾਂ ਨੂੰ ਪਤਾ ਲੱਗ ਜਾਏ ਸਿੱਖੋਂ ਕਾ ਵਹਾਂ ਪਰ ਸਕੂਲ ਹੈ, ਕਾਲਜ ਹੈ, ਵਹਾਂ ਪਰ ਐਡमिशन ले लेंगे। ਢੇਰ ਸਾਰੇ ਸਾਡੇ ਗਲੀ ਗਲੀ ਹੋਣੇ ਚਾਹੀਦੇ ਨੇ। ਸਾਧ ਸੰਗਤ ਜੀ 1999 ਪੰਥ ਨੇ 300 ਸਾਲਾ ਮਨਾਇਆ, ਅਸੀਂ ਇੱਕ ਐਂਬੂਲੈਂਸ ਚਲਾਈ। ਉਹ ਵੀ ਇੱਕ ਐਂਬੂਲੈਂਸ ਅਸੀਂ ਸਲਮ ਏਰੀਆ ਵਿੱਚ ਲੋੜਵੰਦਾਂ ਵਾਸਤੇ ਚਲਾਈ। ਸਾਡੇ ਉੱਤੇ 6 ਲੱਖ ਕਰਜ਼ਾ ਚੜ੍ਹ ਗਿਆ। ਸਾਰੀ ਦਿੱਲੀ 'ਚੋਂ ਕਿਸੇ ਨੇ ਦੂਜੀ ਐਂਬੂਲੈਂਸ ਦੇ ਪੈਸੇ ਨਹੀਂ ਪਾਏ। ਜਿਹੜੀ ਅਸੀਂ ਦਵਾਈ ਫ੍ਰੀ ਦਿੰਦੇ ਸੀ ਉਹਦੇ 'ਚ ਕਿਸੇ ਨੇ ਪੈਸੇ ਨਹੀਂ ਪਾਏ। ਸੰਗਮਰਮਰ ਦੇ ਗੁਰਦੁਆਰੇ ਬਣ ਕੇ ਸੋਨੇ ਲਗਾ ਦਿੱਤੇ, ਨਗਰ ਕੀਰਤਨ 'ਤੇ ਕਰੋੜਾਂ ਖਰਚ ਦਿੱਤੇ। ਪਰ ਉਹ ਅਸੀਂ ਚਾਹੁੰਦੇ ਤਾਂ ਸਾਡੀ 10 ਜਗ੍ਹਾ ਦਿੱਲੀ ਦੇ ਅੰਦਰ ਐਂਬੂਲੈਂਸ ਚੱਲ ਸਕਦੀ ਸੀ। ਥਾਂ ਥਾਂ 'ਤੇ ਐਂਬੂਲੈਂਸ ਚੱਲਦੀ ਹੋਵੇ। ਸਿੱਖਾਂ ਵੱਲੋਂ ਬਿਨਾਂ ਵਿਤਕਰੇ ਤੋਂ, ਹਿੰਦੂ ਮੁਸਲਮਾਨ ਸਿੱਖ ਈਸਾਈ ਜੋ ਮਰਜ਼ੀ ਹੋਏ, ਐਂਬੂਲੈਂਸ ਉਸ ਦਾ ਭਲਾ ਕਰਦੀ ਹੈ, ਉਹਨੂੰ ਲੈ ਕੇ ਹਸਪੀਟਲ ਜਾਂਦੀ ਹੈ। ਐਂਬੂਲੈਂਸ ਉਹਨਾਂ ਨੂੰ ਫ੍ਰੀ ਦਵਾਈ ਦਿੰਦੀ ਹੈ। ਐਂਬੂਲੈਂਸ ਇਸ ਤਰੀਕੇ ਨਾਲ ਅਸੀਂ ਬੜੇ ਸਾਰੇ ਚੈਰਿਟੀ ਦੇ ਕੰਮ ਕਰ ਸਕਦੇ ਹਾਂ, ਪਰ ਅਸੀਂ ਕਰਦੇ ਨਹੀਂ, ਸੁੱਤੇ ਜੋ ਹੋਏ ਹਾਂ। ਮੈਂ ਪਾਠ ਕਰ ਲਿਆ, ਹੁਣ ਬਸ ਜੀ ਮੈਂ ਸਵੇਰੇ ਉੱਠ ਗਿਆ ਸੀ, ਹੁਣ ਸਾਰਾ ਦਿਨ ਸੁੱਤੇ ਰਹੋ। ਇੰਜ ਮੈਂ ਕਰਦਾ ਹੀ ਸੀ। ਜਦੋਂ ਮੈਂ ਰਹਿਣ ਸਬਾਈ 'ਤੇ ਜਾਂਦਾ ਸੀ, ਮੈਂ ਰਾਤੀ ਰਹਿਣ ਸਬਾਈ ਚਲਾ ਜਾਂਦਾ ਸੀ, ਸਵੇਰੇ ਜਦੋਂ ਆਉਂਦਾ ਸੀ ਮੰਮੀ ਨੂੰ ਕਹਿੰਦਾ ਸੀ ਹੁਣ ਆਵਾਜ਼ ਨਹੀਂ ਹੋਣੀ ਚਾਹੀਦੀ, ਔਰ 3 ਦਿਨ ਸੁੱਤਾ ਰਹਿੰਦਾ ਸੀ। ਖਟਕਾ ਨਹੀਂ ਹੋਣਾ ਚਾਹੀਦਾ। ਕਿਉਂ? ਕਿਉਂਕਿ ਮੈਂ ਰਾਤੀ ਰਹਿਣ ਸਬਾਈ 'ਚ ਕੀਰਤਨ ਕਰਕੇ ਆਇਆ। ਬਸ ਸੋ ਗਏ। ਸਾਧ ਸੰਗਤ ਜੀ, ਗੁਰਮੁਖ ਜਾਗ ਰਹੇ, ਦਿਨ ਰਾਤ ਸਤਿਗੁਰ ਜਾਗਤਾ ਹੈ, ਦਿਓ ਜਾਗਦੇ ਰਹਿਣਾ। ਅਸੀਂ ਸੋ ਗਏ ਹਾਂ। ਨਾਤੀ ਧੋਤੀ ਸੰਭੀ ਸੁੱਤੀ ਐ ਨਚਿੰਤ, ਫਰੀਦਾ ਰਹੀ ਸੋ ਬੇੜੀ ਹਿੰਗ ਦੀ। ਆਖਿਰਕਾਰ ਫਿਰ ਮੇਰੇ ਅੰਦਰ ਔਗੁਣਾ ਦੀ ਹਿੰਗ ਦੀ ਬਦਬੂ ਰਹੀ। ਗਈ ਕਥੂਰੀ ਗੰਧ, ਜਿਹੜੀ ਹਿਰਨ ਦੇ ਅੰਦਰ ਕਥੂਰੀ ਹੁੰਦੀ ਹੈ, ਉਹ ਖੁਸ਼ਬੂ ਹੁੰਦੀ ਹੈ, ਉਹ ਮੇਰੇ ਅੰਦਰੋਂ ਸਮੈਲ, ਚੰਗੇ ਗੁਣਾਂ ਦੀ ਖੁਸ਼ਬੂ ਉੱਡ ਗਈ। ਮਾਨੋ ਮੈਂ ਰੱਬ ਜੀ ਤੋਂ ਵਿਛੜ ਗਿਆ। ਜਦੋਂ ਇਸ ਅਵਸਥਾ 'ਤੇ ਪਹੁੰਚਦੇ ਹਾਂ,
ਤਾਂ ਅਗਲਾ ਸ਼ਲੋਕ ਸਾਧ ਸੰਗਤ ਜੀ ਮੈਂ ਲੜੀਵਾਰ ਬਹੁਤ ਛੇਤੀ ਤੁਹਾਡੇ ਨਾਲ ਸਾਂਝ ਕਰ ਰਿਹਾ ਤਾਂ ਕਿ ਅਸੀਂ ਆਪਣੇ ਅੱਜ ਦੇ ਸ਼ਲੋਕ ਤੱਕ ਪਹੁੰਚ ਸਕੀਏ। ਮੇਰਾ ਛੇਤੀ ਬੋਲਣਾ ਮੈਨੂੰ ਮਾफ़ ਕਰਨਾ, ਮੇਰਾ ਮਕਸਦ ਹੈ ਤਾਂ ਕਿ ਪਿੱਛੋਂ ਰੀਕੈਪ ਕਰਕੇ ਆਂਦੇ ਜਾਈਏ। ਜਿਵੇਂ ਤੁਸੀਂ ਸੀਰੀਅਲ ਦੇਖਦੇ ਹੋ ਨਾ, ਕੱਲ ਤੱਕ ਕਿਆ ਹੁਆ ਥਾ ਅਬ ਆਗੇ ਦੇਖੀਏ, ਉਂਝ ਹੀ ਅਸੀਂ ਇਹਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਔਰ ਤੁਹਾਨੂੰ ਮੈਂ ਟੁੰਬ ਰਿਹਾ ਤਾਂ ਕਿ ਤੁਹਾਨੂੰ ਆਦਤ ਪੈ ਸਕੇ ਕਿ ਅਸੀਂ ਘਰ ਬਾਣੀ ਪੜ੍ਹਨੀ ਹੈ, ਅਸੀਂ ਬਾਣੀ ਖੋਜਣੀ ਹੈ, ਅਸੀਂ ਗੁਰਦੁਆਰਿਆਂ 'ਚ ਅਖੰਡ ਪਾਠ ਰਖਾਉਣ ਦੇ ਪੈਸੇ ਨਹੀਂ ਭੇਜਣੇ, ਅਸੀਂ ਬਾਣੀ ਦੀ ਵਿਚਾਰ ਕਰਨੀ ਹੈ, ਅਸੀਂ ਸੰਪਟ ਪਾਠ, ਅਖੰਡ ਪਾਠ, ਸੌਕੱਢ ਸੁਖਮਨੀ ਕਿੱਟੀ ਉਹਨਾਂ ਵਿਚਕਾਰ ਇਨਵੋਲਵ ਨਹੀਂ ਹੋਣਾ, ਅਸੀਂ ਬਾਣੀ ਆਪ ਖੋਜਣੀ ਹੈ। ਸਾਧ ਸੰਗਤ ਕਿਸੇ ਨੇ ਮੈਨੂੰ ਪੁੱਛਿਆ ਫਿਰ ਉਹ ਸੁਖਮਨੀ ਸਾਹਿਬ ਬੀਬੀ ਕਿੱਟੀ 'ਚ ਕਰਦੀਆਂ ਨੇ ਤਾਂ ਨਾ ਕਰਿਆ ਕਰਨ। ਮੈਂ ਕਿਹਾ ਨਹੀਂ, ਜ਼ਰੂਰ ਕਰਿਆ ਕਰਨ, ਪਰ ਉਹ ਪੂਰਾ 24 ਅਸ਼ਟਪਦੀਆਂ ਪੜ੍ਹਨ ਦੀ ਬਜਾਏ ਇੱਕ ਪੜ੍ਹ ਲੈਣ, ਉਤਨਾ ਹੀ ਟਾਈਮ ਲੱਗੇਗਾ, ਇੱਕ ਵਿਚਾਰ ਲੈਣ। ਫਿਰ ਇੱਕ ਦੂਜੇ ਨੂੰ ਆਪਣਾ ਪਰਸ ਔਰ ਸੂਟ ਵਿਖਾਉਣ ਵਾਲੇ ਕਾਵੇ ਤਾਂ ਛੁੱਟ ਜਾਣਗੀਆਂ। ਸੌਖਾ ਕਰ ਦੇਗੀ ਉਹਦਾ ਨਾਂ। ਤੁਸੀਂ ਸੁਖਮਨੀ ਕਿੱਟੀ ਰੱਖ ਲਿਆ ਤਾਂ ਤੁਹਾਡੀ ਮਰਜ਼ੀ ਹੈ, ਪਰ ਸੁਖਮਨੀ ਸਾਹਿਬ ਪੜ੍ਹ ਕੇ ਉਸ 'ਤੇ ਇੱਕ ਅਸ਼ਟਪਦੀ ਨੂੰ ਵਿਚਾਰਨਾ ਸ਼ੁਰੂ ਕਰ ਦਈਏ, ਬਦਲ ਜਾਏਗਾ ਜੀਵਨ। ਗੁਰਦੁਆਰਿਆਂ ਵਿੱਚ 24 ਦਿਨ ਇੱਕ ਆਸਾ ਦੀ ਵਾਰ ਦੇ ਇੱਕ ਛੱਕੇ ਨੂੰ ਵਿਚਾਰ ਲਿਆ ਜਾਏ, ਸਾਡਾ ਜੀਵਨ ਬਦਲ ਜਾਏਗਾ। ਪਰ ਸਾਡੇ 24 ਸਾਲ 240 ਸਾਲ ਲੰਘ ਜਾਂਦੇ ਨੇ, ਅਸੀਂ ਕਦੀ ਵੀ ਆਸਾ ਦੀ ਵਾਰ ਔਰ ਸੁਖਮਨੀ ਸਾਹਿਬ ਵਿਚਾਰਨ ਨੂੰ ਤਿਆਰ ਨਹੀਂ। ਸਾਨੂੰ 52 ਵੀਕਸ ਲੱਗੇ, ਅਸੀਂ ਜਪਜੀ ਸਾਹਿਬ ਦੀ 38 ਪੌੜੀਆਂ ਨੂੰ ਸਮਝਣ ਦਾ ਯਤਨ ਕੀਤਾ। ਇਸ ਤਰ੍ਹਾਂ 6 ਸਾਲ ਹੋ ਗਏ ਨੇ, ਅਸੀਂ ਹੁਣੇ ਆਪਣੇ 33 ਨੰਬਰ ਸ਼ਲੋਕ ਤੇ ਪਹੁੰਚਿਆ। ਅੱਗੇ ਹੁਣ ਸ਼ਲੋਕ ਆਇਆ, ਜੋ ਆਪਣੇ ਅਵਗੁਣਾਂ ਨੂੰ ਛੱਡਣਾ ਚਾਹੁੰਦਾ ਹੈ ਪਰ ਸੱਚ ਦੇ ਨਾਲ ਜੁੜਨ ਦੀ ਉਹਦੇ ਅੰਦਰ ਤਾਂਘ ਹੈ। ਫਰੀਦ ਜੀ ਹੁਣ ਉਸ ਅਵਸਥਾ 'ਤੇ ਲੈ ਕੇ ਆਉਂਦੇ ਨੇ, ਤੂੰ ਆਪਣੇ ਬਾਰੇ ਵਿਚਾਰ ਔਰ ਇਹ ਸਿੱਖ। ਜੋ ਬਨ ਜਾਂਦੇ ਨਾ ਡਰਾਂ, ਜੋ ਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨ ਜਾਏ, ਜੇ ਸ਼ਹਿ ਪ੍ਰੀਤ ਨ ਜਾਏ, ਜੋ ਬਨ ਜਾਂਦੇ ਨਾ ਡਰਾਂ, ਜੋ ਬਨ ਜਾਂਦੇ ਨਾ ਡਰਾਂ। ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ, ਕੀਤੀ ਜੋ ਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ, ਸੁੱਕ ਗਏ ਕੁਮਲਾਏ, ਜੋ ਬਨ ਜਾਂਦੇ ਨਾ ਡਰਾਂ, ਜੋ ਬਨ ਜਾਂਦੇ ਨਾ। ਸੋ ਅਸੀਂ ਆਪਣਾ ਜਿਤਨਾ ਅਵਗੁਣ ਹੈ, ਆਪਣੀ ਜਿਹੜੀ ਮੰਦੀ ਸੋਚ ਹੈ, ਆਪਣਾ ਜਿਹੜਾ ਗਲਤ ਸੁਭਾਅ ਹੈ, ਆਪਣਾ ਜਿਹੜਾ ਨੈਗੇਟਿਵ ਐਟੀਟਿਊਡ ਹੈ, ਉਹਨੂੰ ਆਪਣਾ ਜੋਬਨ, ਆਪਣਾ ਮਾਈਟ, ਆਪਣੀ ਤਾਕਤ ਸਮਝਦੇ ਹਾਂ। ਫਰੀਦ ਜੀ ਕਹਿੰਦੇ ਨੇ ਮੈਂ ਇਹ ਸਭ ਕੁਝ ਜਾਣ ਤੋਂ ਨਹੀਂ ਡਰਦਾ, ਨਾ ਮੈਨੂੰ ਜਵਾਨੀ ਦੇ ਜਾਣ ਦਾ ਡਰ ਹੈ, ਨਾ ਮੈਨੂੰ ਬੁਢਾਪੇ ਦੇ ਆਉਣ ਦਾ ਡਰ ਹੈ, ਨਾ ਮੈਨੂੰ ਮਰਨ ਤੋਂ ਬਾਅਦ ਸਵਰਗ ਨਰਕ ਦਾ ਕੋਈ ਫਿਕਰ ਹੈ, ਨਾ ਮੈਨੂੰ ਆਪਣੇ ਅਵਗੁਣ ਛੱਡਣ ਵੇਲੇ। ਇੱਕ ਕੰਟਰੀ ਦੇ ਅੰਦਰ ਇੱਕ ਸੱਜਣ ਮੇਰੇ ਨਾਲ ਕਾਫੀ ਦੇਰ ਉੱਠਦੇ ਬੈਠਦੇ ਰਹੇ, ਆਸਤਾ ਆਸਤਾ ਉਹਨਾਂ ਨੂੰ ਸ਼ਰਾਬ ਛੱਡਣ ਦਾ ਸ਼ੌਂਕ ਚੜ੍ਹ ਗਿਆ। ਮੈਂ ਉਹਨਾਂ ਨਾਲ ਨਫ਼ਰਤ ਨਹੀਂ ਕੀਤੀ, ਮੈਂ ਰੋਜ਼ ਉਹਨਾਂ ਨੂੰ ਜੱਫੀ ਪਾਉਂਦਾ ਸੀ, ਪਿਆਰ ਕਰਦਾ ਸੀ, ਔਰ ਉਹਨਾਂ ਨੂੰ ਸ਼ੌਂਕ ਚੜ੍ਹ ਗਿਆ ਸ਼ਰਾਬ ਛੱਡਣ ਦਾ। ਮੈਂ ਕੰਟਰੀ ਛੱਡ ਦਿੱਤੀ, ਮੈਂ ਅਮਰੀਕਾ ਚਲਾ ਗਿਆ। ਬਾਅਦ ਵਿੱਚ ਪਤਾ ਲੱਗਾ, ਉਹਨਾਂ ਦੀ ਪਤਨੀ ਨੇ ਮੈਨੂੰ ਦੱਸਿਆ, ਮੇਰੇ ਪਤੀ ਨੇ ਨਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ। ਕਹਿੰਦੀ ਮੈਂ ਪੁੱਛਿਆ ਕੀ ਗੱਲ ਹੈ, ਕਹਿੰਦੇ ਸਾਰਿਆਂ ਨੇ ਨਾ ਮੈਨੂੰ ਸ਼ਰਾਬੀਆਂ ਨੇ, ਸਾਥੀਆਂ ਨੇ ਕਿਹਾ ਸੀ, ਲੈ ਵੋਟੀ ਕੋਲੋਂ ਡਰ ਗਿਆ, ਸ਼ਰਾਬ ਛੱਡ ਦਿੱਤੀ।
ਇਹ ਮੈਂ ਇੱਕ ਐਗਜ਼ਾਮਪਲ ਦਿੱਤਾ, ਸੱਚਾ ਵਾਪਰਿਆ ਹੋਇਆ। ਇੰਜ ਅਸੀਂ ਜਿਤਨੇ ਨੈਗੇਟਿਵ ਖਿਆਲ ਵਰਤਦੇ ਹਾਂ, ਆਪਣਾ ਨੈਗੇਟਿਵ ਖਿਆਲ ਛੱਡਣਾ ਨਹੀਂ ਚਾਹੁੰਦੇ ਹਾਂ। ਵੀ ਲੋਕੀ ਕੀ ਕਹਿਣਗੇ, ਵੋਟੀ ਕੋਲੋਂ ਡਰ ਗਿਆ, ਕੋਈ ਕਹਿੰਦਾ ਜੋਰੂ ਕਾ ਗੁਲਾਮ ਹੈ, ਕੋਈ ਕਹਿੰਦਾ ਪਤੀ ਕੋਲੋਂ ਡਰਦਾ ਹੈ, ਜਿਹੜੀ ਪਤਨੀਆਂ ਨੂੰ ਕਹਿ ਦਿੰਦੇ ਨੇ ਪਤੀ ਕੋਲੋਂ ਡਰਦਾ, ਸੱਸ ਕੋਲੋਂ ਡਰਦੀਆਂ, ਉਹ ਆਪਣਾ ਨੈਗੇਟਿਵ ਨਹੀਂ ਛੋੜਨਾ ਚਾਹੁੰਦੀਆਂ। ਇੰਜ ਅਸੀਂ ਆਪਣੇ ਨੈਗੇਟਿਵ ਐਟੀਟਿਊਡ, ਨਿੰਦਾ ਕਰਨ ਦਾ, ਉੱਚੇ ਬੋਲਣ ਦਾ, ਗਾਲਾਂ ਕੱਢਣ ਦਾ, ਘੂਰੀ ਵੱਟਣ ਦਾ, ਇੱਕ ਦੂਜੇ ਨੂੰ ਡਿਫੇਮ ਕਰਨ ਦਾ, ਇੱਕ ਦੂਜੇ ਬਾਰੇ, ਇਹ ਸਾਰਿਆਂ ਨੂੰ ਆਪਣਾ ਜੋਬਨ ਸਮਝਿਆ ਹੋਇਆ ਹੈ। ਪਰ ਇਹਦੇ ਨਾਲ ਰੱਬ ਜੀ ਦੀ ਪ੍ਰੀਤ ਟੁੱਟ ਜਾਂਦੀ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਭੈੜੇ ਬੋਲ ਨਿਕਲਦੇ ਨੇ। ਫਰੀਦ ਜੀ ਕਹਿੰਦੇ ਨੇ, ਐਸਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ। ਜਿਸ ਜੋਬਨ ਦੇ ਨਾਲ ਮੇਰੀ ਰੱਬ ਨਾਲ ਪ੍ਰੀਤ ਟੁੱਟਦੀ ਹੈ, ਉਹ ਵਾਲਾ ਜੋਬਨ ਜਾਣ ਤੋਂ ਮੈਂ ਨਹੀਂ ਡਰਦਾ। ਮੈਨੂੰ ਤੇ ਰੱਬ ਜੀ ਦੀ ਪ੍ਰੀਤ ਮਾਫਕ ਹੈ। ਰੱਬ ਜੀ ਦੀ ਪ੍ਰੀਤ ਅਸੀਂ ਸਮਝ ਚੁੱਕੇ ਹਾਂ, ਚੰਗੇ ਗੁਣ ਰੱਬ ਦੇ ਅੰਦਰ ਆਲਰੇਡੀ ਵਸਦਾ ਹੈ। ਚੰਗੇ ਗੁਣਾਂ ਨੂੰ ਰੱਬ ਜੀ ਦੇ ਗੁਣ ਕਹਿੰਦੇ ਨੇ। ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰਪ੍ਰਸਾਦ ਰੱਬ ਜੀ ਦੇ ਗੁਣ ਨੇ। ਰੱਬ ਜੀ ਮਾਫ ਕਰ ਦਿੰਦੇ ਨੇ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਿਪਾਲਕ ਨੇ। ਤਾਂ ਉਹਦੇ 'ਚ ਕਹਿੰਦੇ ਨੇ ਅਵਗੁਣ ਕੋ ਨਾ ਚਿਤਾਰਦਾ ਗਲ ਛੇਤੀ ਲਾਇਕ। ਰੱਬ ਜੀ ਦਾ ਗੁਣ ਹੈ। ਮੇਰੇ ਅਵਗੁਣ ਨਹੀਂ ਕੱਢਦੇ ਨੇ, ਮੈਨੂੰ ਗਲੇ ਲਗਾ ਲੈਂਦੇ ਨੇ। ਜੇ ਮੈਂ ਵੀ ਲੋਕਾਂ ਨੂੰ ਗਲੇ ਲਗਾਉਣਾ ਸ਼ੁਰੂ ਕਰ ਦਿਆਂ, ਲੋਕਾਂ ਦੇ ਅਵਗੁਣ ਨਾ ਕੱਢਾਂ, ਤਾਂ ਮੈਂ ਰੱਬ ਜੀ ਦਾ ਗੁਣ ਜੀ ਰਿਹਾ। ਰੱਬ ਜੀ ਨਿਰਵੈਰ ਨੇ, ਰੱਬ ਜੀ ਨਿਰਭਉ ਨੇ। ਇੰਜ ਰੱਬੀ ਗੁਣ। ਜੋਬਨ ਜਾਂਦੇ ਨਾ ਡਰਾ, ਜੇ ਸ਼ੈ ਪ੍ਰੀਤ ਨਾ जाए। फरीदा कितनी जोबन प्रीत बिन सुख गए कुमलाए। अल्टीमेटली तो तुम्हारा जीवन बीत ही जाएगा। चॉइस तुम्हारी है कि शरीफ बन के जीना है कि शैतान बन के जीना है। दोनों मामले में जिंदगी तो बीत जाएगी, पर बेकार बीती ना। बड़े सारे लोगों ਨੂੰ मैं देखा 60-70 साल की उम्र ਵਿੱਚ डिप्रैशन ही चले जाते हैं और मरण वाले दिनों की इंतजार करने रहते हैं। और जो मरण के दिन आते हैं, बैड ते बैड रिडन हो जाते हैं, तो रोंदे ने। मैं उन्होंने रोंदियां दे कोल बैठ बैठ के देखा है। पूछया क्यों रोंदे हो? कोई जिंदगी चंगा काम नहीं किया, कोई नेक काम नहीं किया, इंज लोग कहते हैं। सारा दिन मैं कमांदा रहा, ਧੀਆਂ ਪੁੱਤਰਾਂ वास्ते कमांदा रहा, लोग इंज कहते हैं। जोबन जाते ना डरा, जे शै प्रीत ना जाए। फरीदा कितनी जोबन प्रीत बिन सुख गए कुमलाए। जीवन बीत ही जाता है। जे तू सच नाल जुड़ना चाहता है ना, तो जुड़, वरना ये हमारा जीवना बन जाएगा। अगला श्लोक आया, फरीदा चिंत खटोला वाण दुख बिरा विछावन लेफ। चिंत का खटोला, चिंता का खटोला किस तरह बनता है? असी एक कबीर जी का श्लोक शब्द पढ़िया सी। कबीर जी उहदे च कहंदे ने, सुत अपराध करत है जेते जन्नी चीतना राखस देते। मैं जिस तरह बच्चा अवगुण बड़े करता है, पर माँ माफ़ कर देंदी है, इस तरह कहते ने, रामैया हो बारक तेरा काहे ना खंडस अवगुण मेरा। रब जी मैं तुहाडा पुत्तर ना, मेरा अवगुण दूर कर दिओ। साध संगत जी, किसे शब्द विच नहीं सिखाया पैसे मंगो, किसी शब्द ही नहीं सिखाया कार मंगो, किसी शब्द ही सिखाया ਧੀਆਂ ਪੁੱਤਰਾਂ ਦੇ रिश्ते मंगो, किसी शब्द ही सिखाया मकान का लोन मंगो, किसी शब्द ही नहीं सिखाया प्रमोशन मंगो। पर पता नहीं साढ़े अंदर ये पखंड कितों प्रचार कर दिता है। चीज़ चाहिए है शब्द पढ़ो, यह चीज़ चाहिए 40 दिन फलानी जगह जाओ, यह चीज़ चाहिए है अखंड पाठ करा लो। ये चक्कर पै गया। पर शब्द ही कह रहे हैं, तुम मेरे भगवान जी, रब जी मेरी माँ वांगू हो, मेरा अवगुण कट दिओ। रामैया हो बारक तेरा काहे ना खंडस अवगुण मेरा। ਉਹਦੇ 'ਚ ਕਹਿੰਦੇ ਨੇ, मैं अपने अवगुणों के कारण चिंत भवन मन परियो हमारा। मैं चिंता दी अग्नि वाला अपना भवन मकान बनाया, थॉट प्रोसैस हर वेले चिंता च रहिंदा। मेरा की बनेगा, बच्चों का की बनेगा, बच्ची 35 साल की हो गई है, वह आनंद कारज नहीं होने तक होया, पता नहीं की बनेगा, मुंडा साडा वड्डा हो गया, कुआरा रह जाएगा, पता नहीं की होएगा, असी माँ प्यो कदों तक रवांगे, ये है वो है, बच्चे नूं नहीं मिलिया, मेरे पोतरा नहीं होया, अच्छा फिर बैंक बैलेंस का की करिए। लोग इस तरह चिंता, पोतरे का भी जो रिश्ता हो जाए ना, फिर कहते ने इहदे घर पुत्र देख जावां, पर पोतरा देख जावां दी चिंता। ਉਹਦੇ ਵਾਸਤੇ ਇਹਨੇ ਲੱਖਾਂ ਕਰੋੜਾਂ ਫਿਕਸ ਡਿਪੋਜ਼ਿਟ ਕਰਾ ਜਾਵਾਂ ਦੀ ਚਿੰਤਾ। ਕੁੜੀ ਆਪਣੀ ਮਾਂ ਨੂੰ ਕਹਿ ਰਹੀ ਹੈ, ਮੈਨੂੰ ਇਤਨਾ ਦਾਜ ਦੇ ਦਿਓ, ਹੋ ਸਕਦਾ ਮੇਰਾ ਪਤੀ ਮਰ ਜਾਏ, ਉਹ ਸੋਨਾ ਮੇਰੇ ਨਾਲ ਫਿਕਸ ਕਰਾ ਦਿਓ, प्रॉपर्टी करा दो, सोना दे दियो, पता नहीं कल की हो जाएगा। चिंता। इस तरह चिंत भवन मन परियो हमारा। चिंत खटोला वाण दुख बिरह बिछावन लेफ।
ਹੁਣ ਅੱਜ ਦੇ ਸ਼ਲੋਕ ਤੱਕ ਪਹੁੰਚਣ ਤੱਕ ਸਾਨੂੰ ਸਾਰੇ ਸਿੰਪਟਮਸ ਆਪਣੇ ਕੁਰੇਦਨੇ ਪਏ, ਡੀਪਲੀ ਆਪਣੇ ਅੰਦਰ ਝਾਤੀ ਮਾਰਨੀ ਪਈ, ਆਪਣੇ ਪਰਿਵਾਰ, ਆਪਣੇ ਸਮਾਜਿਕ ਸਿਸਟਮ ਉੱਤੇ ਸਾਰੀ ਖੋਜ ਕਰਨੀ ਪਈ। ਤਾਂ ਹੁਣ ਆਇਆ ਬਿਰਹਾ ਵਿਛਾਵਣ ਲੇਫ। ਬਿਰਹਾ ਦੋ ਕਿਸਮਾਂ ਦਾ ਹੁੰਦਾ। ਇੱਕ ਬਿਰਹਾ ਹੁੰਦਾ ਹੈ ਮੈਂ ਦੁਨਿਆਵੀ ਚੀਜ਼ਾਂ ਤੋਂ ਉਪਰਾਮ ਹੋ ਗਿਆ, ਉਹਨੂੰ ਬਿਰਹਾ बैराग लेना, जंगल में चले जाना, पति पत्नी वोटी बच्चे काम सारी पैसा बिजनेस सब कुछ छोड़ छाड़ के जंगल में चले जाना, उपराम हो जाना, लोग इनू बैराग कहते हैं। एक बिरहा होंदा है मैं रब जी तो विछड़िया होया। गुरबाणी च रब नू मिलाप का मतलब है रबी गुणा नाल जीना। गुरबाणी च रब तो विछड़े का मतलब है अवगुणा नाल जीना। बिरहा विछावन लेप मैं रब जी तो विछड़ दे कारण अवगुणा वाला जीवन जींदा, ये हमारा जीवना तू साहिब सच्चे वेख। तां साडा अज दा श्लोक आया। हुण अज दे श्लोक विच सानू समझाते ने बिरहा बिरहा आखिए बिरहा तू सुल्तान। साध संगत जी साडे सब दा ना मन राजा हुंदा है, पर मन राजा जिस तरह सोचता है इंज साडे उत्ते ना एक थॉट प्रोसैस एम्पावर्ड हो जाता है। साडे उत्ते एम्पावर्ड है, ताकत पकड़ी हुई इस थॉट प्रोसैस ने। तुम्हारा नाम क्या है? मैं जब लोगों ने दसा ना, मैं लोग पूछते तुहाडा नाम की है, मैं कहता भूपिंदर सिंह। अच्छा तुहाडी जात की है? मैं कहता नहीं कोई भी नहीं। पर साडे ते एम्पावर्ड हो चुका है, असीं छेती नाल कहंदे आ मेरी जात पकौड़ा। असीं एकदम अपना ਨਾਂ जात ਦਾ ਦੱਸਦੇ ਹਾਂ। मैं किसी ਦੀ जात ਦਾ ਨਾਂ नहीं लै रहा, क्योंकि वो जात वाले मेरे नाल रुस ਜਾਂਦੇ ਨੇ। ਤੁਸੀਂ ਸਾਡੀ जात ਦਾ ਨਾਂ ਸਟੇਜ ਤੇ ਕਿਉਂ ਲੈ ਲਿਆ? ਪਰ ਅਸੀਂ ਜ਼ਾਤਾਂ ਪੋਸਟਰ ਤੇ ਪ੍ਰਬੰਧਕਾਂ ਦੇ ਨਾਵਾਂ ਦੇ ਨਾਲ ਜ਼ਾਤਾਂ ਦੇ ਜੱਟ ਭਾਪੇ ਰਾਮਗੜੀਏ ਅਰੋੜੇ ਸਾਰੀ ਗੇਮ ਨਾਲ ਜੁੜੇ ਹੋਏ ਆ। ਅੱਛਾ ਤੁਸੀਂ ਵੀ ਪਕੌੜਾ ਜਾਤ ਦੇ ਹੋ, ਅਸੀਂ ਪਕੌੜਾ ਜਾਤ ਦੇ ਹਾਂ, ਅਸੀਂ ਫਲਾਣੀ ਬਰਾਦਰੀ ਦੇ ਹਾਂ। इस तरीके असी जात पात साडे ते एम्पावर्ड हुई हुई है। दाज प्रथा साडे ते ताकत पकड़ चुकी हुई है। तेर मेर की अवस्था, नूं सस का झगड़ा साडे ते मुसीबत बन चुका हुआ है। एकदम सस नाल तोड़ के वखरे हो जाओ अपनी प्रॉपर्टी लैके, ये साडे ते हावी होया है। ये सारियां गल्लां जिस तरह थॉट प्रोसैस हावी हो जाते हैं ना, वो थॉट प्रोसैस साडा राजा बन जाता है। जैसा राजा होंदा वैसी प्रजा होंदी है। साडा थॉट प्रोसैस जैसा बन जाए, साडी प्रजा मेरे थॉट प्रोसैस मेरा अंग अंग रोम रोम सोचना शुरू कर देता है। सारी प्रजा वैसी बन गई। अखां भी इहो चाहदियां ने, कन भी, नक भी, सुरत मत बुद्ध भी, रोम रोम सारे प्रजा। आज के श्लोक कहते हैं बिरहा बिरहा आखी है, भगवान से बिछोड़े की बिरहा की बात तो करते हो। बिरहा तू सुल्तान, ए बिरहा सुल्तान मेरा राजा बन गया है। इस अवस्था तक असीं पहुंचे हाँ? नहीं पहुंचे हाँ। साडा बिरहा ते बन गया, साडे कोल कार नहीं है, साडे कोल मकान नहीं है, साडे कोल लेटेस्ट वधिया कार नहीं है, साडे कोल कार घटिया है, साडी धी उच्चे घरों नहीं आई, साडे कोल इन्नी प्रॉपर्टी नहीं है, फलाने इन्ने सुखी ने, फलाणियां दी प्रॉपर्टी दे रेट वध गए ने, साडे नहीं वधे। इंज दूजियां दे सुख देख देख के सड़ना कुड़ना, बसंत नहीं अंदर चढ़ता, ब्लॉसमिंग नहीं होंदी। बिरहा बिरहा आखिए बिरहा तू सुल्तान, और रब जी का विछोड़ा बिरहा है ना, तू हुण मेरा सुल्तान बन गया। तो जदों ये सुल्तान बन जाए ना, तो यह सोचीदा मैं रब जी तो विछड़िया, मेरे अंदर अवगुण बहुत हावी हो गए ने। मन नू राजा बनाया होया है, मन राजा नू रब्बी विछोड़े की एम्पावरमेंट देनी है। हर वेले सोचना मैं रब जी तो विछड़िया, और रब जी तो विछड़े का मतलब की है, मैं अवगुणी भरिया शरीर है, क्यों संतो निर्मल होए, किवें मैं निर्मल होवां, ये सोचना दिन रात मेरे च अवगुण बड़े हन। इनू अवगुण चैक करना नहीं कहते। जिवें मैं नूं कहां ओए तू दिन रात टीवी देखता रहता है, की कर रहा तू, सच वाले पासे चुड़, हुण ऐ मनोगे कि तू भी तो देखता है। इंज असीं अपने पापा मम्मी नाल गल करते हैं। जदों पापा मम्मी सानू कहन राती वक्त सिर सो जाया कर, तो असीं कहंदे आप भी तो जागते रहते हो। वो सानू कहंदे ने तेरी अक्खां दा नुकसान होएगा, हर वेले फोन, नहीं आप भी तो फ़ोन करते रहते हो, तू इन्नियां गल्लां ना करया कर, तेरा सिर दर्द, नहीं आप भी तो बातें करते रहते हो।
ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਆਪਣੇ ਵੱਲੋਂ ਧਿਆਨ ਹਟ ਜਾਂਦਾ ਹੈ। ਤੂੰ ਸੋਚ, ਮੈਂ ਅਵਗੁਣੀ ਭਰਿਆ ਸਰੀਰ ਹਾਂ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਮੇਰਾ ਤਾਂ ਰੱਬ ਜੀ ਨਾਲ ਮੇਲ ਨਹੀਂ ਹੋ ਸਕਦਾ। ਰੱਬ ਜੀ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸ਼ਾ। ਸਾਡਾ ਤੇ ਤੁਹਾਡਾ ਬਿਲਕੁਲ ਹੀ ਕੰਟਰਾਸਟ ਹੈ। ਤੁਸੀਂ ਚੰਗੇ ਗੁਣਾਂ ਦੇ ਮਾਲਕ ਹੋ, ਮੈਂ ਅਵਗੁਣਾਂ ਦਾ ਮਾਲਕ ਹਾਂ। ਤੁਹਾਡੇ ਚੰਗੇ ਗੁਣ ਔਰ ਮੇਰੇ ਅਵਗੁਣਾਂ ਕਰਕੇ ਤੁਹਾਡੇ ਨਾਲ ਪਿੱਠ ਹੈ, ਮੇਰੀ ਪਿੱਠ ਸਿੱਧੀ ਕਰ ਦਿਓ ਨਾ। ਮੀਨਸ ਮੈਨੂੰ ਚੰਗੇ ਗੁਣ ਦੇ ਦਿਓ ਨਾ, ਚੰਗੇ ਗੁਣਾਂ ਨਾਲ ਮੈਂ ਤੁਹਾਡੇ ਵਿੱਚ ਮਰਜ ਹੋ ਜਾਵਾਂਗਾ ਨਾ। ਇਸ ਵੇਲੇ ਤਾਂ ਮੈਂ ਵਿਛੜਿਆ ਹੋਇਆ ਨਾ। ਵਿਛੜਦੇ ਕਿਸ ਤਰ੍ਹਾਂ ਹਾਂ? ਵਿਛੜੇ ਕੀਰਤ ਕਰਮ ਕੇ ਵਿਛੜੇ, ਵਿਛੜੇ ਕੀਰਤ ਕਰਮ ਕੇ ਵਿਛੜੇ। ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ। ਵਿਛੜੇ ਕੀਰਤ ਕਰਮ ਕੇ ਵਿਛੜੇ। छोटी जी एग्जाम्पल, जे पत्नी हर वेले पति को कहे तुम टाइम पे घर नहीं आते, अपने काम में मस्त रहते हो, मेरे को तो कभी फ़ोन ही नहीं करते, मेरा तो हाल ही नहीं पूछते, जो इस तरीके नाल हर वेले चुंझा मार मार के शिकायती टोंट दियां गल्लां करे, पति उहदे कोल बहिंदा नहीं है, विछड़ गई। जिहड़ा पति अपनी पत्नी नूं गल गल ते टोंट करे, वो पत्नी पति कोल बहना नहीं चाहती, विछड़ गए। अपने वाल चाहती पानी है, किरत कर्म के विछड़े। सारी डिसहारमनी मेरे कारण हुई है। मनुख अपने आप नूं सवारेगा। सत्संग जी, साडा सारा ध्यान दूजियां वाल पिया रहिंदा है। सुल्तान अज बनाना, मैं रब जी तो विछड़िया होया। सुल्तान अज इस पॉइंट नूं बनाना है कि ए मेरे मन दा राजा, मन राजा ये सोचे कि मैं अवगुणा वाला बन गया, मैनू गुण चाहिए ने। बिरहा बिरहा आखिए, बिरहा तू सुल्तान, दरअसल तू राजा है बिरहा। विछोड़ा फरीदा जित तन बिरहो ना उपजै, सो तन जान मसान। असी अज गायकी वेले इसनू जान के इस तरह पढ़िया। फरीदा जित तन बिरहो ना उपजै, सो तन जान मसान, सो तन जान मसान, सो तन जान मसान, सो तन जान मसान। ओ मनुख दा तन पता है की है? मसान है, ग्रेवयार्ड है, शमशान भूमि है। शमशान भूमि, मसान प्रतीक है लाश दा, लाशां दा, डैड बॉडीज़ दा। जिथे डैड बॉडीज़ दबाइयां जांदियां या डैड बॉडीज़ साड़ियां जांदियां, तो डैड बॉडी दी एक आकड़ होंदी है। डैड बॉडी आकड़ी रहंदी है, लिफ्टदी नहीं, झुकदी नहीं। जिवें डैड बॉडीज़ आकड़ जांदी है ना, इस तरह जदों असीं आकड़ जाने आ, मैं सच सुनना ही नहीं, मैं जो कह दिया बस वो आखिरी सच है, मैं घर का मालिक हूँ, मैं चौधरी हाँ, मैं मिस्टर राइट हाँ, मैं मिसिज राइट हाँ, मैंने बोल दिया और मैं सीखना कुछ नहीं। साथ जिस दिन भुलेखा पै जाता, मैंने तो सब कुछ पता लग ही गया। सानू भुलेखा पै जाता ना, मैनू सब कुछ पता लग गया। गुरुद्वारे जाना मैं हो आया, पाठ करना मैं कर लिया, वाहिगुरू वाहिगुरू करना होंदा मैं कर लिया। इस तरीके नाल भुलेखा पै गया, मैनू हुण सब कुछ पता लग गया सीखना ही की है। जदों सीखना ही की है मन अंदर आ जाता ना, उन्होंने कहते मन जाना सब बात जानत ही अवगुण करे। हुण अवगुणा की गल शुरू होगी। हुण बाणी नहीं खोजिया करेगा,
ਹੁਣ तो बस माला फेर के रब जी नूं खुश कर लिया, लोगों ने मैनू धर्मी समझ लिया, अपने वाल झाती नहीं पेगी। मसान बन गए, टुरदा फिरदा लाश हो गए, आकड़ गए, हंकारे गए। अच्छा, जिहड़ा आकड़िया हंकारा हो जाता ना, वो मसान बन जाता है। साध संगत जी, जेड़े मसान ही चले जान, जो शमशान भूमि में चले जाएं, वो वापस शहर में आते हैं कभी? सोचो, वो तो आते ही नहीं है। वो तो मुड़ के गांव में आते ही नहीं है, वो अपना गांव वसा ही नहीं सकते ने। गुरु पातशाह कहते ने, पंच मनाए, पंच रुसाए, पंच वसाए, पंच गवाए, इन भी नगर उठा मेरे भाई। तू अपने अंदरों चंगे चंगे गुण मना, उन्होंने सुभाव पक्का। पंच मनाए, पंच रुसाए, अवगुणा नूं रुसा। पंच वसाए, चंगे गुण इत्थे वसा, चंगियां आदतां पा। पंच गवाए, माड़ियां आदतां छड्ड, गवा दे। इन बिद नगर उठा मेरे भाई। इस तरह नगर वसदा है। पर जिहड़े लाश बन गए ने, वो नगर वसाना ही नहीं चाहते। वो चढ़ते फिरते लोगों को भी मारते हैं, वो टुरते फिरते लोगों की निंदा करते हैं, वो टुरते फिरते लोगों का खून चूसते हैं, वो टुरते फिरते एक दूजे की निंदा करके तोड़ते हैं, डिसहारमनी क्रिएट करते हैं। उन्होंने लोगों का वसिया शहर, लोगों के वसे घर पसंद ही नहीं ने, वो लोगों के घर तोड़ते हैं। वो सच नूं टालते रहते हैं। उन्होंने कहते हैं, फरीदा टाला टोला दिन गया व्याज बढ़न तो जाए। कबीर, टाला टोला दिन गया व्याज बढ़न तो जाए, ना हर भजियो ना खत फटियो, काल पहुंचियो आए। वो आप भी आत्मक तौर पर मरे रहते हैं, दूसरों को भी मारते रहते हैं। साध संगत जी, असी लिविंग ट्रेजरीज की कर रहे हैं? असी घर वसा रहे हैं, असी लोगों के आपस में प्यार बना रहे हैं, असी किसी नाल नफरत नहीं करते हैं। कोई देसी घ्यो नाल रोटी खाए, कोई डालडे नाल खाए, सानू उहदे नाल नफरत नहीं है। कोई दाढ़ी खुली रखे, दाढ़ी बंद नहीं रखे, सानू किसी नाल कोई नफरत नहीं है। कोई लाल पग बने, चिट्टी पग बने, काली पग बने, सानू उहदे नाल नफरत नहीं है। कोई राम राम करे, कोई अल्लाह अल्लाह करे, कोई खुदा खुदा करे, कोई वाहिगुरू वाहिगुरू करे, सानू किसी नाल नफरत नहीं है। कोई कुर्ता पजामा पाए, कोई पैंट कमीज पाए, सानू उहदे नाल नफरत नहीं है। पर जिहड़े शहर वसांदे ने ना, वो बेगमपुरा शहर को नाम वसांदे ने, वो करतारपुर करता वसे वसांदे ने, वो चंगे गुणा दा शहर वसांदे ने, जिहड़े शमशान विच नहीं रहिंदे ने, जिन्हां नूं बिरहा सुल्तान बन जांदा है, जिहड़े अपने तन नूं समझांदे ने कि जे मेरे तन अंदर रब्बी विछोड़े दा बिरहा ना जाग्या तां मैं मसान बन जांगा, मैं टुरदा फिरदा लाश नहीं बननी है। असी जींदे जी टुरदा फिरदा लाश हो जाते जदों असी कुछ सीखते नहीं हाँ, जदों असी अपना जीवन संवारना नहीं चाहते, जदों असी हंकारी हो जाते हैं, जदों असी समाज अंदर डिसहारमनी बदफैली और निंदा करते हैं, जदों असी लोगों दे नाल तोड़ते हाँ, मानो असी जींदे नहीं हाँ, लाश बन गए। अज दी इस अवस्था नूं असी जान के बार बार गायन किया, सो तन जान मसान, सो तन जान मसान। कौन मसान की तरह है? जो सच सीखता नहीं है। साडा भूतां प्रेतां वाला जीवन बन जाता है। भूत प्रेत होंदे नहीं ने, गुरमति मन्निया नहीं गया, लेकिन गुर दरियाओ सदा जल निर्मल मिलिया दुर्मत मैल हिरै, सतगुर पाइए पूरा नावण पशु प्रेतों देव करे। पशु प्रेतों देव करे का मतलब होता है मेरे नैगेटिव थॉट प्रोसैस तो मैनू छुड़ा के, मेरे अवगुण कट के मैनू जिन मानस ते देवते किए करत ना लागी वार, मेरा जीवन बदल दिता। साध संगत जी, मेरा समा हो गया है, पर जितना जल्दी जल्दी मैं बोलिया, मैं कोशिश की थी कि अज 36 नंबर श्लोक तक असी विचार सांझ कर सकीए, पिछला रीकैप कर सकीए, क्योंकि पिछले श्लोकों च तुहाडे चों जिहड़ा एबसेंट सी वो इत्थे तक पहुँचण वास्ते सारी लड़ी नूं तां तुहानूं घर जाके आदत पै जाए कि असी बाणी नूं पिछले श्लोकां नाल, पिछले शब्दां नाल जोड़ जोड़ के पढ़ना सीखीए, विचारना सीखीए, और इस पक्षों सीखीए कि अपने ते टुकाना है। फरीदा जित तन बिरहो ना उपजै,
सो तन जान मसान, 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 सो तन जान मसान। बिरहा बिरहा आखिए, बिरहा तू सुल्तान, बिरहा तू सुल्तान, बिरहा तू सुल्तान। सो जे असी चाहते हैं कि मैं शमशान घाट वाली डैड बॉडी लाश नहीं बनना है तो असी नम्रता च आ जाएंगे। नम्रता नूं हंबलनैस कहते हैं। हंबलनैस विच ह्यूमिलिटी आती है। ह्यूमिलिटी विच असी हर किसी दे नाल रल मिल के हारमोनी विच जी सकते हैं। नम्रता जिहड़ा इंसान आ जाता दूजिਆਂ नाल भैड़े लफज नहीं बोलता, वो दूजिਆਂ दी निंदा नहीं करता, वो दूजिਆਂ दे लैग पुलिंग नहीं करता, दूजिਆਂ दे पर्दे फाश नहीं करता, बल्कि अपना सीस आके इत्थे अर्पण कर दिंदा है। ਉਹਨੂੰ ਕਹਿੰਦੇ ਨੇ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਇਹ ਅਵਸਥਾ ਨਮਰਤਾ ਦੀ ਅਵਸਥਾ ਤਾਂ ਬਣਦੀ ਹੈ ਜੇ ਮੈਂ ਮਹਿਸੂਸ ਕਰਾਂ ਕਿ ਮੈਂ ਲਾਸ਼ ਨਹੀਂ ਰਹਿਣਾ, ਮੈਂ ਮਸਾਣ ਨਹੀਂ ਰਹਿਣਾ।